2022 ਦੀਆਂ ਚੋਣਾਂ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਦਿਖਾਇਆ ਸੀ। ਸੋ ਜੇਕਰ ਹੁਣ ਮੈਂ ਪੰਜਾਬ ਦੀ ਮੌਜੂਦਾ ਸਥਿਤੀ ਦੀ ਗੱਲ ਕਰਾਂ ਤਾਂ ਦਿੱਲੀ ਮਾਡਲ ਮੈਨੂੰ ਲੱਗਦਾ ਪੂਰਾ ਆ ਗਿਆ ਕਿ ਦਿੱਲੀ ਦੇ ਵਿੱਚ ਸੀਐਮ ਦੀ ਜਿਹੜਾ ਆ ਲੈਫਟੀਨੈਂਟ ਜਨਰਲ ਨਾਲ ਗਵਰਨਰ ਨਾਲ ਨਹੀਂ ਬਣ ਰਹੀ ਤੇ ਪੰਜਾਬ ਦੇ ਵਿੱਚ ਜਿਹੜਾ ਆ ਸੀਐਮ ਭਗਵੰਤ ਮਾਨ ਦੀ ਵੀ ਹੁਣ ਗਵਰਨਰ ਦੇ ਨਾਲ ਨਹੀਂ ਬਣ ਰਹੀ। ਉਹਨਾਂ ਸਭ ਇੱਥੇ ਹੀ ਕਹਿੰਦੇ ਆ ਕਿ ਕੋਈ ਵੀ ਕੰਮ ਜਿਹੜਾ ਆ ਉਹ ਮੇਰੇ ਦਸਤਖਤਾਂ ਬਿਨਾਂ ਨਹੀਂ ਹੁੰਦਾ ਹੈਗਾ। ਹੁਣ ਇੱਥੇ ਮੈਨੂੰ ਜੋ ਲੱਗਦਾ ਕਿ ਚਾਹੇ ਭੇੜ ਵਿੱਚ ਕਸੂਰ ਦੋਨਾਂ ਦਾ ਮੰਨ ਲਈਏ ਕਿਤੇ ਨਾ ਕਿਤੇ ਫਸ ਜਾਂਦਾ, ਪਰ ਅਦਰਵਾਈਜ਼ ਜਿਹੜਾ ਗਵਰਨਰ ਸਾਹਿਬ ਆ ਜੋ ਉਹਨਾਂ ਦਾ ਕਹਿਣਾ ਆ ਮੈਨੂੰ ਲੱਗਦਾ ਉਹ ਸੰਵਿਧਾਨਕ ਤੌਰ ਤੇ ਜਾਇਜ਼ ਨਹੀਂ ਹੈਗਾ, ਕਿਉਂਕਿ ਉਹ ਇਹ ਤਾਂ ਕਹਿ ਸਕਦੇ ਆ ਕਿ ਮੇਰੀ ਸਰਕਾਰ ਆ ਪਰ ਗਵਰਨਰ ਸਰਕਾਰ ਨਹੀਂ ਹੁੰਦਾ ਹੈਗਾ। ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਕੋਲ ਵੀ ਜਾ ਸਕਦਾ, ਸੁਪਰੀਮ ਕੋਰਟ ਵੀ ਜਾ ਸਕਦਾ, ਉਹ ਇੱਕੋ ਇੱਕ ਜਿਹੜਾ ਰਸਤਾ ਹੁਣ ਗਵਰਨਰ ਕੋਲੇ ਬਚਦਾ ਕਿ ਜੇ ਭਗਵੰਤ ਸਿੰਘ ਮਾਨ ਦੀ ਪਿੱਠ ਲਾਉਣੀ ਹੋਵੇ ਤਾਂ ਉਹ ਇਹ ਹੈ ਕਿ ਉਹ ਰਾਸ਼ਟਰਪਤੀ ਨੂੰ ਚਿੱਠੀ ਲਿਖ ਸਕਦੇ ਆ ਕਿ ਪੰਜਾਬ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਉਹ ਬਹੁਤ ਮਾੜੀ ਆ, ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਅੰਡਰ ਕੰਟਰੋਲ ਨਹੀਂ ਹੈਗੀ, ਇਸ ਕਰਕੇ ਸਰਕਾਰ ਜਿਹੜੀ ਆ ਉਹ ਭੰਗ ਕਰ ਦਿੱਤੀ ਜਾਵੇ ਤੇ ਗਵਰਨਰੀ ਰਾਜ ਜਿਹੜਾ ਆ ਉਹ ਲੱਗ ਜਾਵੇ। ਤੇ ਮੈਨੂੰ ਜੇਕਰ ਮੈਂ ਪਿਛਲੇ 2 ਮਹੀਨਿਆਂ ਦੀ ਗੱਲ ਕਰਾਂ ਤਾਂ ਵੱਖ-ਵੱਖ ਸੂਬਿਆਂ ਦੇ ਵਿੱਚ ਜਾਂਦੇ ਨੇ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈਗੀ, ਵਿਰੋਧੀ ਧਿਰਾਂ ਨੂੰ ਮਿਲ ਰਹੇ ਨੇ, ਸੀਐਮ ਭਗਵੰਤ ਮਾਨ ਹੋਣ ਚਾਹੇ ਕੇਜਰੀਵਾਲ ਹੋਣ ਰਾਘਵ ਚੱਡਾ ਹੋਣ, ਇਹ ਤਿੰਨੋਂ ਜਾ ਕੇ ਉੱਥੇ ਮੁਲਾਕਾਤਾਂ ਵੀ ਕਰਦੇ ਨੇ। ਪ੍ਰੈਸ ਕਾਨਫਰੰਸਾਂ ਦੀ ਗੱਲ ਕਰੀਏ ਤਾਂ ਸੀਐਮ ਭਗਵੰਤ ਮਾਨ ਜਿਹੜਾ ਨੇ ਦਿੱਲੀ ਦਾ ਹੀ ਮੁੱਦਾ ਚੱਕਦੇ ਨੇ, ਪਰ ਪੰਜਾਬ ਦੇ ਵਿੱਚ ਵੀ ਜਿਹੜਾ ਆਪਸੀ ਟਕਰਾਇਆ ਉਹ ਗਵਰਨਰ ਤੇ ਪੰਜਾਬ ਸਰਕਾਰ ਦਾ ਬਣਿਆ ਹੋਇਆ। ਅੱਜ ਤੱਕ ਮੈਂ ਕਦੀ ਭਗਵੰਤ ਮਾਨ ਦੇ ਮੂੰਹ ਤੋਂ ਜਿਹੜਾ ਆ ਪੰਜਾਬ ਦਾ ਮੁੱਦਾ ਨਹੀਂ ਸੁਣਿਆ, ਮੈਂ ਦਿੱਲੀ ਦਾ ਹੀ ਮੁੱਦਾ ਸੁਣਿਆ। ਕਿ ਲੱਗਦਾ ਨਹੀਂ ਕਿ ਜੇਕਰ ਹੁਣ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ ਨੇ ਤਾਂ ਦਿੱਲੀ ਦੇ ਨਾਲ ਪੰਜਾਬ ਦਾ ਮੁੱਦਾ ਵੀ ਉਨਾ ਹੀ ਬਰਕਰਾਰ ਹੈ, ਉਨਾ ਹੀ ਬਰਾਬਰੀ ਤੇ ਜਿਹੜਾ ਸਾਂਝਾ ਕਰਨਾ ਚਾਹੀਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ ਤਾਂ ਉਹ ਜਿਹੜਾ ਆ ਖੁਸ਼ ਹੋ ਰਹੀਆਂ ਕਿ ਦੋਨਾਂ ਧਿਰਾਂ ਦਾ ਟਕਰਾਅ ਦੇਖ ਕੇ, ਭੇੜ ਦੇਖ ਕੇ, ਪਰ ਇਹ ਸਮੱਸਿਆ ਕੱਲ ਨੂੰ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਆ ਸਕਦੀ ਆ। ਮੈਨੂੰ ਇਹ ਲੱਗਦਾ ਕਿ ਇਸ ਮੁੱਦੇ ਉੱਤੇ ਸਿਆਸੀ ਪਾਰਟੀਆਂ ਨੂੰ ਜਿਹੜਾ ਤੂਲ ਨਹੀਂ ਦੇਣੀ ਚਾਹੀਦੀ ਜਾਂ ਗਵਰਨਰ ਦੇ ਹੱਕ 'ਚ ਨਹੀਂ ਭੁਗਤਣਾ ਚਾਹੀਦਾ। ਲੋੜ ਇਹ ਆ ਕਿ ਇਸ ਮਾਮਲੇ ਵਿੱਚ ਜਿਹੜਾ ਹੱਕ ਆ, ਜਿਹੜਾ ਸੰਵਿਧਾਨ ਅਧਿਕਾਰ ਦਿੰਦਾ, ਉਹ ਸਰਕਾਰ ਦੇ ਨਾਲ ਜਿਹੜਾ ਆ ਇਹਨਾਂ ਸਿਆਸੀ ਪਾਰਟੀ ਨੂੰ ਖੜਨਾ ਚਾਹੀਦਾ। ਨਹੀਂ ਤਾਂ ਕੱਲ ਨੂੰ ਫਿਰ ਇਹੀ ਸਮੱਸਿਆ ਜਿਹੜੀ ਭਗਵੰਤ ਮਾਨ ਨੂੰ ਆ ਰਹੀ ਆ, ਇਹੀ ਸਮੱਸਿਆ ਕੱਲ ਨੂੰ ਇਹਨਾਂ ਨੂੰ ਆ ਸਕਦੀ ਆ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੰਦਰਲੀ ਕੁੰਡੀ 'ਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ। ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਚੱਲੰਤ ਮੁੱਦਿਆਂ ਦੇ ਬਾਰੇ, ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਦਾ ਗਵਰਨਰ ਦੇ ਨਾਲ ਲਗਾਤਾਰ ਵਿਵਾਦ ਜਿਹੜਾ ਹੈ ਉਹ ਵੱਧਦਾ ਹੋਵੇ, ਚਾਹੇ ਇਸ ਦੇ ਨਾਲ ਹੀ ਜਿਹੜਾ ਗੁਰਪ੍ਰੀਤ ਕਾਂਗੜ ਨੂੰ ਦਿੱਲੀ ਏਅਰਪੋਰਟ ਦੇ ਉੱਤੇ ਜਿਹੜਾ ਵਾਪਸ ਮੋੜ ਦਿੱਤਾ ਗਿਆ। ਹਰ ਇੱਕ ਮੁੱਦੇ ਦੇ ਉੱਤੇ ਵਿਸ਼ਲੇਸ਼ਣ ਕਰਾਂਗੇ। ਸੋ ਵਿਸ਼ਲੇਸ਼ਣ ਕਰਨ ਦੇ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਮੇਰੇ ਸਹਿਯੋਗੀ ਕਮਲਜੀਤ ਸਿੰਘ ਬਨਵੈਤ। ਬਨਵੈਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਤੁਹਾਨੂੰ ਜੀ ਆਇਆਂ, ਦਿਲੋਂ ਸਤਿਕਾਰ ਜੀ। ਬਨਵੈਤ ਜੀ, 2022 ਦੀਆਂ ਚੋਣਾਂ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਦਿਖਾਇਆ ਸੀ। ਸੋ ਜੇਕਰ ਹੁਣ ਮੈਂ ਪੰਜਾਬ ਦੀ ਮੌਜੂਦਾ ਸਥਿਤੀ ਦੀ ਗੱਲ ਕਰਾਂ ਤਾਂ ਦਿੱਲੀ ਮਾਡਲ ਮੈਨੂੰ ਲੱਗਦਾ ਪੂਰਾ ਆ ਗਿਆ ਕਿ ਦਿੱਲੀ ਦੇ ਵਿੱਚ ਸੀਐਮ ਦੀ ਜਿਹੜਾ ਆ ਲੈਫਟੀਨੈਂਟ ਜਨਰਲ ਨਾਲ ਗਵਰਨਰ ਨਾਲ ਨਹੀਂ ਬਣ ਰਹੀ ਤੇ ਪੰਜਾਬ ਦੇ ਵਿੱਚ ਜਿਹੜਾ ਆ ਸੀਐਮ ਭਗਵੰਤ ਮਾਨ ਦੀ ਵੀ ਹੁਣ ਗਵਰਨਰ ਦੇ ਨਾਲ ਨਹੀਂ ਬਣ ਰਹੀ। ਇਹ ਅੰਦਰਲੀ ਕੁੰਡੀ ਅੜੀ ਕਿੱਥੇ ਹੋਈ ਹੈ? ਵਿਵੇਕ ਜੀ, ਆਪਾਂ ਇਹ ਗੱਲ ਕਰੀਏ ਕਿ ਪਿਛਲੇ ਸਾਲ ਸਵਾ ਸਾਲ ਤੋਂ ਇਵੇਂ ਖੜਕਦੀ ਆ ਰਹੀ ਆ। ਆਪਾਂ ਜਿਵੇਂ ਹੁਣ ਜਦੋਂ ਪਿਛਲੇ ਸਮੇਂ ਤੋਂ ਜਦੋਂ ਇੱਕ ਦੋ ਵਾਰੀ ਬੜਾ ਚੰਗੀ ਤਰ੍ਹਾਂ ਪੇਚਾ ਪਿਆ, ਪਰ ਇਹ ਆ ਕਿ ਹੁਣ ਜਦੋਂ ਇੱਕ ਜਿਹੜਾ ਨਵਾਂ ਕੰਮ ਸ਼ੁਰੂ ਹੈ, ਜਦੋਂ ਗਵਰਨਰ ਸਾਹਿਬ ਗਏ ਸੀ ਦੁਆਰਾ ਬਾਰਡਰ ਤੇ, ਪਹਿਲੀ ਵਾਰ ਤੁਹਾਨੂੰ ਧਿਆਨ ਹੋਣਾ ਜਦੋਂ ਗਵਰਨਰ ਸਾਹਿਬ ਬਾਰਡਰ ਤੇ ਗਏ ਸੀ ਤਾਂ ਭਗਵੰਤ ਸਿੰਘ ਮਾਨ ਨੇ ਇੱਕੋ ਜਹਾਜ਼ ਸਫ਼ਰ ਕੀਤਾ ਸੀ ਉਹਨਾਂ ਨੇ, ਤੇ ਹੁਣ ਜਦੋਂ ਬਾਰਡਰ ਤੇ ਗਏ ਆ ਉਹਨਾਂ ਨੇ ਕੁਝ ਆਪਣੇ ਜਿਹੜੇ ਦਿਲ ਦਾ ਦਰਦ ਉਹ ਸਾਹਮਣੇ ਕੀਤਾ। ਤਾਂ ਭਗਵੰਤ ਸਿੰਘ ਮਾਨ ਨੇ ਦਿੱਲੀ ਰਾਮਲੀਲਾ ਗਰਾਊਂਡ ਤੋਂ ਸੰਡੇ ਨੂੰ ਜਿਹੜੀ ਸੱਦੀ ਗਈ ਸੀ, ਉੱਥੇ ਇੱਕ ਬਹੁਤ ਵੱਡਾ ਇਕੱਠ ਪੂਰੇ ਭਾਰਤ ਦਾ, ਉੱਥੇ ਗਵਰਨਰ ਨੂੰ ਆਪਾਂ ਕਹਿ ਦਈਏ ਕਿ ਚੰਗੀ ਤਰ੍ਹਾਂ ਤਹਿ ਲਾਤੀ, ਠੋਕਤਾ। ਉਦੋਂ ਬਾਅਦ ਗਵਰਨਰ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਸੱਦੀ ਆ। ਪ੍ਰੈਸ ਕਾਨਫਰੰਸ ਸੱਦ ਕੇ ਕਿਹਾ ਕਿ ਪੰਜਾਬ ਵਿੱਚ ਮੇਰੀ ਸਰਕਾਰ ਆ, ਸਾਰਾ ਕੁਝ ਮੇਰੇ ਦਸਤਾਂ ਨਾਲ ਹੋ ਰਿਹਾ, ਮੈਂ ਚਲਾ ਰਿਹਾ। ਉਦੋਂ ਬਾਅਦ ਭਗਵੰਤ ਸਿੰਘ ਮਾਨ ਨੇ ਇੱਕ ਟਵੀਟ ਹੋਰ ਕਰ ਦਿੱਤਾ। ਉਹ ਟਵੀਟ ਵਿੱਚ ਉਹਨਾਂ ਨੇ ਜਿਹੜੀ ਜਦੋਂ ਵਿਧਾਨ ਸਭਾ ਵਿੱਚ ਮੇਰੀ ਸਰਕਾਰ ਪੰਜਾਬ ਸਰਕਾਰ ਨੂੰ ਲੈ ਕੇ ਰੌਲਾ ਪਿਆ ਸੀਗਾ, ਉਹ ਜਿਹੜਾ ਵੀਡੀਓ ਦਾ ਉਹਨਾਂ ਨੇ ਜਿਹੜਾ ਹਵਾਲਾ ਵੀ ਕਰ ਦਿੱਤਾ। ਸੋ ਮੈਨੂੰ ਇੱਥੇ ਲੱਗਦਾ ਕਿ ਦੋਨੇ ਧਿਰਾਂ ਭਿੜ ਰਹੀਆਂ, ਨੁਕਸਾਨ ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ ਆ। ਜਿਹੜੀ એનર્ਜੀ ਚੰਗੇ ਪਾਸੇ ਲੱਗਣੀ ਚਾਹੀਦੀ ਆ, ਉਹ એનર્ਜੀ ਗਲਤ ਪਾਸੇ ਲੱਗ ਰਹੀ ਆ। ਇੱਕ ਤਾਂ ਇਹ। ਦੂਜੀ ਗੱਲ, ਤੁਸੀਂ ਜਿਹੜੀ ਦਿੱਲੀ ਮਾਡਲ ਦੀ ਗੱਲ ਕੀਤੀ ਆ ਉਹ ਬਿਲਕੁਲ ਸੱਚ ਆ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਤੇ ਜਿਹੜੇ ਐਲਜੀ ਆ ਉਹਨਾਂ ਦਾ ਪੇਚਾ ਪਿਆ ਹੋਇਆ। ਇੱਥੇ ਭਗਵੰਤ ਮਾਨ ਤੇ ਗਵਰਨਰ ਦਾ ਜਿਹੜਾ ਆ ਭੇੜ ਹੋਇਆ ਹੋਇਆ।
ਤੇ ਤੁਹਾਨੂੰ ਇਹ ਦੱਸਦਾ ਜਿਹੜਾ ਇੱਕ ਆਰਡੀਨੈਂਸ ਜਾਰੀ ਹੋਇਆ ਉਹਨੂੰ ਲੈ ਕੇ ਆਪਾਂ ਇਕੱਠ ਸੰਡੇ ਨੂੰ ਜਿਹੜਾ ਸੱਦਿਆ ਗਿਆ ਕਿ ਉਸ ਇਕੱਠ ਵਿੱਚ ਜਿਹੜਾ ਇਹ ਮੰਗ ਕੀਤੀ ਗਈ ਸੀ ਆਰਡੀਨੈਂਸ ਰੱਦ ਕੀਤਾ ਜਾਵੇ। ਆਰਡੀਨੈਂਸ ਇਹ ਸੀ ਕਿ ਇਸ ਤੋਂ ਪਹਿਲਾਂ ਇੱਕ ਜਿਹੜੀ ਸਾਰੀਆਂ ਤਾਕਤਾਂ ਸੀਗੀਆਂ ਉਹ ਲੈਫਟੀਨੈਂਟ ਗਵਰਨਰ ਕੋਲੇ ਸੀਗੀਆਂ, ਪੰਜਾਬ ਜਿਹੜੀਆਂ ਦਿੱਲੀ 'ਚ ਤੈਨਾਤੀਆਂ ਕਰਨੀਆਂ ਕੁਝ ਵੀ ਕਰਨੀਆਂ, ਪਰ ਸੁਪਰੀਮ ਕੋਰਟ 'ਚ ਕੇਸ ਚਲਾ ਗਿਆ। ਸੁਪਰੀਮ ਕੋਰਟ ਨੇ ਸਾਰੇ ਜਿਹੜੇ ਅਧਿਕਾਰ ਆ ਮੁੜ ਕੇ ਸਰਕਾਰ ਨੂੰ ਦਿੱਤੇ ਕਿ ਤੈਨਾਤੀਆਂ ਜਿਹੜੇ ਕਰਨ ਦੇ ਅਧਿਕਾਰ ਆ ਉਹ ਸਰਕਾਰ ਕਿਉਂਕਿ ਲੋਕਾਂ ਦੀ ਚੁਣੀ ਹੋਈ ਆ ਉਹਨੂੰ ਹੋਣੇ ਚਾਹੀਦੇ ਆ। ਮੁੜ ਕੇ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕਰ ਦਿੱਤਾ, ਉਹਦੇ 'ਚ ਇਹ ਕਹਿ ਦਿੱਤਾ ਕਿ ਨਿਯੁਕਤੀਆਂ ਕਰ ਸਕਦੀ ਹੈ ਕਮੇਟੀ, ਪਰ ਅੰਤਿਮ ਪ੍ਰਵਾਨਗੀ ਜਿਹੜੀ ਆ ਉਹ ਲੈਫਟੀਨੈਂਟ ਗਵਰਨਰ ਦੀ ਹੋਊਗੀ। ਸੋ ਮੁੜ ਕੇ ਜਿਹੜੀ ਜਿਉਂ ਦੇ ਤਿਉਂ ਸਾਰਾ ਕੁਝ ਹੋ ਗਿਆ। ਹੁਣ ਉਹੀ ਮਸਲਾ ਲਗਭਗ ਇੱਥੇ ਆ, ਗਵਰਨਰ ਸਾਹਿਬ ਇੱਥੇ ਹੀ ਕਹਿੰਦੇ ਆ ਕਿ ਕੋਈ ਵੀ ਕੰਮ ਜਿਹੜਾ ਆ ਉਹ ਮੇਰੇ ਦਸਤਖਤਾਂ ਬਿਨਾਂ ਨਹੀਂ ਹੁੰਦਾ ਹੈਗਾ। ਹੁਣ ਇੱਥੇ ਮੈਨੂੰ ਜੇ ਲੱਗਦਾ ਕਿ ਚਾਹੇ ਭੇੜ ਵਿੱਚ ਕਸੂਰ ਦੋਨਾਂ ਦਾ ਮੰਨ ਲਈਏ ਕਿਤੇ ਨਾ ਕਿਤੇ ਫਸ ਜਾਂਦਾ, ਪਰ ਅਦਰਵਾਈਜ਼ ਜਿਹੜਾ ਗਵਰਨਰ ਸਾਹਿਬ ਆ ਜੋ ਉਹਨਾਂ ਦਾ ਕਹਿਣਾ ਆ ਮੈਨੂੰ ਲੱਗਦਾ ਉਹ ਸੰਵਿਧਾਨਕ ਤੌਰ ਤੇ ਜਾਇਜ਼ ਨਹੀਂ ਹੈਗਾ, ਕਿਉਂਕਿ ਉਹ ਇਹ ਤਾਂ ਕਹਿ ਸਕਦੇ ਆ ਕਿ ਮੇਰੀ ਸਰਕਾਰ ਆ, ਪਰ ਗਵਰਨਰ ਸਰਕਾਰ ਨਹੀਂ ਹੁੰਦਾ ਹੈਗਾ। ਜੇ ਆਪਾਂ ਮੈਂ ਇੱਕ ਸੱਚੇ ਸ਼ਬਦਾਂ 'ਚ ਕਹਿਦਾ ਇਹ ਗਵਰਨਰ ਤਾਂ ਇੱਕ ਇਨਫੋਰਮਰ ਹੁੰਦਾ, ਗਵਰਨਰ ਇੱਕ ਸੂਈਆ ਹੁੰਦਾ ਜਿਹਨੇ ਜਿਹੜੀ ਸਰਕਾਰ ਦੀ ਸੂਬਾ ਸਰਕਾਰ ਦੀ ਰਿਪੋਰਟ ਸਾਰੀ ਆ ਉਹ ਕੇਂਦਰ ਨੂੰ ਦੇਣੀ ਹੁੰਦੀ ਆ। ਇਹ ਹੁੰਦਾ ਇੱਕ ਤਾਂ ਇਹ। ਦੂਜਾ ਗੱਲ ਇਹ ਕਿ ਆਪਾਂ ਕੀ ਕਹਿ ਲਈਏ ਕਿ ਜੇ ਜਿਹੜਾ ਦੇਸ਼ ਦਾ ਰਾਸ਼ਟਰਪਤੀ ਆ ਉਹ ਗਵਰਨਰ ਨੂੰ ਨਰਿੰਦਰ ਮੋਦੀ ਨੂੰ ਕਹਿਣ ਲੱਗ ਜਾਏ ਕਿ ਦੇਸ਼ ਨੂੰ ਮੈਂ ਚਲਾ ਰਿਹਾ, ਤਾਂ ਕੀ ਨਰਿੰਦਰ ਮੋਦੀ ਜਿਹੜਾ ਇਹਦੇ ਨਾਲ ਸਹਿਮਤ ਹੋ ਜਾਣਗੇ? ਪਰ ਇੱਕ ਤੁਹਾਨੂੰ ਇੱਕ ਅੰਦਰਲੀ ਗੱਲ ਦੱਸਣਾ ਇਹ ਕਿ ਜਿਹੜਾ ਇਹ ਸਾਰਾ ਕੁਝ ਆ ਇਹ ਹੋ ਇਸ ਕਰਕੇ ਰਿਹਾ ਕਿਉਂਕਿ ਬੀਜੇਪੀ ਆ ਤੇ ਆਮ ਆਦਮੀ ਪਾਰਟੀ ਵਿੱਚ ਜਿਹੜਾ ਆ ਉਹ ਭੇੜ ਚੱਲ ਰਿਹਾ ਲਗਾਤਾਰ। ਇੱਕ ਤਾਂ ਇਹ ਆ। ਦੂਜੀ ਗੱਲ ਆਪਾਂ ਨੂੰ ਇਹ ਮੰਨਣੀ ਪਊਗੀ ਕਿ ਗਵਰਨਰ ਜਾਂ ਰਾਸ਼ਟਰਪਤੀ ਜਿਹੜੇ ਆ ਉਹ ਕਰਵਟ ਦੀ ਮੋਹਰ ਹੁੰਦੇ ਆ। ਹੁਣ ਜਦੋਂ ਗਵਰਨਰ ਦਾ ਜਿਹੜਾ ਪੇਚਾ ਪਿਆ ਹੈ ਭਗਵੰਤ ਸਿੰਘ ਮਾਨ ਨਾਲ, ਤਾਂ ਉਹਨੇ ਕਹਿ ਦਿੱਤਾ ਕਿ ਸੁਪਰੀਮ ਕੋਰਟ ਜਿਹੜੀਆਂ ਹਦਾਇਤਾਂ ਆ ਉਹਦੀ ਉਲੰਘਣਾ ਹੋ ਰਹੀ ਆ। ਤੁਹਾਡੇ ਵੀ ਧਿਆਨ ਹੋਣਾ ਕਿ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਪੰਜਾਬ ਸਰਕਾਰ ਜਿਹੜੀ ਪਾਬੰਦ ਆ ਸੂਚਨਾ ਦੇਣ ਦੀ ਹਰ ਤਰ੍ਹਾਂ ਦੀ ਗਵਰਨਰ ਨੂੰ। ਸੋ ਉਹਨਾਂ ਨੇ ਕਿਹਾ ਕਿ ਮੈਂ 10 ਚਿੱਠੀਆਂ ਪਾਤੀਆਂ ਜਿਹਦਾ ਜਵਾਬ ਉਹਨਾਂ ਨੇ ਦਿੱਤਾ ਨਹੀਂ ਹੈਗਾ। ਹੁਣ ਇੱਕ ਮੈਂ ਇਹ ਦੱਸਦਾ ਨਿੱਕੀ ਜਿਹੀ ਗੱਲ ਕਿ ਜਿਹੜਾ ਹੁਣ ਆਪਾਂ ਗੱਲ ਗਾਹਾਂ ਕਰਦੇ ਹਾਂ ਜ਼ਿਕਰ ਵਿੱਚ ਕਿ ਜਿਹੜਾ ਕਟਾਰੂ ਚੱਕ ਕੈਬਨਿਟ ਮੰਤਰੀ ਦਾ ਮਾਮਲਾ ਆ ਉਹਦੇ ਵਿੱਚ 3 ਚਿੱਠੀਆਂ ਤਾਂ ਦੱਸਾਂ ਚੋ ਉਹੀ ਉਹਨਾਂ ਸੰਬੰਧਿਤ ਸੀਗੀਆਂ। ਹੁਣ ਜਦੋਂ ਕਟਾਰੂ ਚੱਕ ਦਾ ਮਾਮਲਾ ਜਿਹੜਾ ਆ ਕਾਫੀ ਜਿਹੜਾ ਸੁਲਝ ਗਿਆ ਸਰਕਾਰ ਲਈ, ਉਹਦੀ ਜਿਹੜੀ ਸੂਚਨਾ ਹੈ ਉਹ ਦੇਖ ਕੇ ਇੱਕ ਕਹਿ ਸਕਦੇ ਆ ਕਿ ਅਸੀਂ ਤਾਂ ਭਾਈ ਸੂਚਨਾ ਦੇਣ ਲੱਗ ਗਏ, ਸੂਚਨਾ ਦੇਣੀ ਸ਼ੁਰੂ ਕਰ ਦਿੱਤੀ। ਸੋ ਗਵਰਨਰ ਜਿਹੜਾ ਆ ਉਹ ਮੈਨੂੰ ਇਹ ਲੱਗਦਾ ਕਿ ਪ੍ਰਸ਼ਾਸਨ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦਾ ਜਾਂ ਇਹ ਸੋਚਦਾ ਕਿ ਸਰਕਾਰ ਉਹ ਸਰਕਾਰ ਆ। ਪਰ ਇੱਥੇ ਗੱਲ ਆ ਕਿ ਜੇ ਉਹ ਸਰਕਾਰ ਆ ਤਾਂ ਫਿਰ ਜਿਹੜੇ 1000 ਲੋਕ ਜਿਹੜੇ ਆਪਾਂ ਕਹਿ ਲਈਏ ਕਿ 117 MLA ਆ ਜਾਂ ਹੋਰ ਇੰਨਾ ਲੁੰਗ ਲਾਣਾ ਉੱਚ ਅਫਸਰਾਂ ਦਾ, ਉਹਦੀ ਫਿਰ ਲੋੜ ਕੀ ਆ? ਜੇ ਗਵਰਨਰ ਨੇ ਸਰਕਾਰ ਚਲਾਉਣੀ ਆ, ਗਵਰਨਰ ਨੇ ਪੰਜਾਬ ਨੂੰ ਚਲਾਉਣਾ ਆ, ਤਾਂ ਉਹਦੀ ਲੋੜ ਤਾਂ ਰਹੀ ਨਹੀਂ ਹੈਗੀ। ਇੱਕ ਤਾਂ ਇਹ ਗੱਲ। ਦੂਜੀ ਗੱਲ ਇਹ ਕਿ ਜਿਹੜੀ ਸਰਕਾਰ ਆ ਉਹ ਲੋਕਾਂ ਦੀ ਚੁਣੀ ਹੋਈ ਆ, ਗਵਰਨਰ ਲੋਕਾਂ ਦਾ ਚੁਣਿਆ ਹੋਇਆ ਨਹੀਂ ਹੈ। ਔਰ ਦੂਜੀ ਗੱਲ ਇਹ ਕਿ ਗਵਰਨਰ ਦਾ ਲੋਕਾਂ ਨਾਲ ਸਿੱਧਾ ਰਾਬਤਾ ਕੋਈ ਨਹੀਂ ਹੈਗਾ, ਸਰਕਾਰ ਦਾ ਰਾਬਤਾ ਆ। ਸਰਕਾਰ ਲੋਕਾਂ ਨੂੰ ਜਵਾਬਦੇਹ ਆ, ਗਵਰਨਰ ਲੋਕਾਂ ਨੂੰ ਜਵਾਬਦੇਹ ਨਹੀਂ ਹੈਗਾ। ਸੋ ਟੋਟਲੀ ਤੌਰ ਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਸਿਆਸਤ ਦੇ ਪਿੱਛੇ ਕੋਈ ਹੋ ਰਿਹਾ, ਪਰ ਜਿਹੜਾ ਭੇੜ ਸਾਹਮਣੇ ਸਾਨੂੰ ਦੱਸ ਰਿਹਾ ਉਹ ਗਵਰਨਰ ਤੇ ਮੁੱਖ ਮੰਤਰੀ ਦਾ ਆ। ਮੈਂ ਤੁਹਾਨੂੰ ਇੱਕ ਅੰਦਰਲੀ ਗੱਲ ਦੱਸਦਾ, ਨਹੀਂ ਆਪਾਂ ਅੰਦਰਲੀ ਕੁੰਡੀ ਕਹਿੰਦੇ ਕਈ ਵਾਰੀ, ਉਹ ਇਹ ਆ ਕਿ ਜਿਹੜਾ ਕੁਝ ਸਾਰਾ ਵਾਪਰ ਰਿਹਾ ਇਹਦੇ ਅੰਦਰ ਇੱਕ ਤਾਂ ਇਹ ਆ ਕਿ ਤੁਸੀਂ ਇਹ ਦੇਖੋ ਜਿੱਥੇ ਡਬਲ ਇੰਜਨ ਸਰਕਾਰ ਆ, ਜਿੱਥੇ ਬੀਜੇਪੀ ਦੇ ਸੂਬੇ 'ਚ ਤੇ ਸੈਂਟਰ ਦੀ ਸਰਕਾਰ ਆ, ਉੱਥੇ ਕੋਈ ਰੋੜਕਾ ਨਹੀਂ ਹੈਗਾ। ਤੇ ਜਿੱਥੇ ਸਰਕਾਰ ਸੂਬੇ 'ਚ ਹੋ ਰਿਹਾ, ਸੈਂਟਰ ਜਿਹੜਾ ਗਵਰਨਰ ਆ ਉਹ ਕੇਂਦਰ ਸਰਕਾਰ ਉਹ ਤਾਇਨਾਤ ਕੀਤਾ ਹੋਇਆ, ਉੱਥੇ ਪੰਗਾ ਆ। ਅੱਜ ਤੁਸੀਂ ਦੇਖਿਆ ਹੋਣਾ ਸ਼ਾਇਦ ਕਿ ਮਮਤਾ ਬੈਨਰਜੀ ਦੀ ਚਿੱਠੀ ਜਾਰੀ ਕੀਤੀ ਆ ਕਿ ਉਹ ਉਪ ਕੁਲਪਤੀ ਜਿਹੜੇ ਗਵਰਨਰ ਵੱਲੋਂ ਤਾਇਨਾਤ ਕੀਤੇ ਗਏ ਆ, ਅਪਾਇੰਟ ਕੀਤੇ ਗਏ ਆ, ਉਹਨਾਂ ਦੇ ਸਾਈਨ ਜਿਹੜੇ ਆ ਉਹ ਨਾ ਮੰਨੇ ਜਾਣ। ਸੋ ਇਹ ਜਿਹੜਾ ਇੱਕ ਟਕਰਾਅ ਆ ਉੱਥੇ ਚੱਲ ਰਿਹਾ ਜਿੱਥੇ ਡਬਲ ਇੰਜਨ ਸਰਕਾਰ ਨਹੀਂ ਹੈਗੀ। ਭਾਵ ਇਹ ਕਿ ਜਿਹੜੀ ਕੇਂਦਰ ਦੀ ਸਰਕਾਰ ਭਾਜਪਾ ਸਰਕਾਰ ਆ ਉਹ ਜਿੱਥੇ ਸੂਬੇ 'ਚ ਲੱਗ ਗਿਆ। ਇੱਕ ਗੱਲ ਇਹ। ਦੂਜੀ ਗੱਲ ਇੱਕ ਮੈਂ ਨਾ ਅੰਦਰਲੀ ਗੱਲ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਸੀ ਉਹ ਇਹ ਆ ਕਿ ਪਤਾ ਇਹ ਲੱਗਾ ਵੈਸੇ ਇਹ ਕਿਸੇ ਬੀਜੇਪੀ ਦੇ ਇੱਕ ਬਹੁਤ ਵੱਡੇ ਲੀਡਰ ਦਾ ਕਹਿਣਾ ਆ ਜਿਹੜਾ ਕਿਸੇ ਸੂਬੇ ਦਾ ਗਵਰਨਰ ਵੀ ਰਿਹਾ। ਉਹਨੇ ਕਿਹਾ ਕਿ ਹਾਲਾਤ ਇੱਥੇ ਤੱਕ ਆ ਕਿ ਜੇ ਕਿਸੇ ਮੁੱਖ ਮੰਤਰੀ ਨੇ ਜਾਂ ਕਿਸੇ ਨੇ ਮਿਲਣਾ ਹੋਵੇ ਰਾਸ਼ਟਰਪਤੀ ਨੂੰ
ਤਦ ਇਨਡਾਇਰੈਕਟਲੀ ਡਾਇਰੈਕਟਲੀ ਜਿਹੜੀ ਆ ਉਹ ਪ੍ਰਵਾਨਗੀ ਆ ਉਹ ਹੋਮ ਮਿਨਿਸਟਰੀ ਦੇ ਰਹੀ ਆ। ਸੋ ਜੇ ਹੋਮ ਮਿਨਿਸਟਰੀ ਪ੍ਰਵਾਨਗੀ ਦੇ ਰਹੀ ਆ ਡਾਇਰੈਕਟਲੀ ਇਨਡਾਇਰੈਕਟਲੀ, ਤਾਂ ਇਹਦਾ ਮਤਲਬ ਇਹ ਆ ਕਿ ਗਵਰਨਰ ਜਿਹੜਾ ਆ ਰਾਸ਼ਟਰਪਤੀ ਉਹ ਸੱਚੀ ਰਬੜ ਦੀ ਮੋਹਰ ਹੋ ਗਿਆ। ਉਹ ਤਾਂ ਉਹਨਾਂ ਦੇ ਰਹਿਮ ਤੇ ਰਹਿ ਗਿਆ ਕਿ ਇਹਨਾਂ ਮੁਲਾਕਾਤ ਕਰਨੀ ਆ, ਕਿਹਦੇ ਨਾਲ ਨਹੀਂ ਕਰਨੀ ਹੈਗੀ। ਸੋ ਜਿਹੜੀ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਆ ਉਹ ਪੰਜਾਬ ਸਰਕਾਰ 'ਚ ਸਿੱਧੀ ਆ। ਤੇ ਮੈਨੂੰ ਇੱਕ ਜਿਹੜਾ ਅੰਤ ਨੂੰ ਜਿਹੜਾ ਇਹ ਲੱਗਦਾ ਵਿਵੇਕ ਜੀ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਕੋਲ ਵੀ ਜਾ ਸਕਦਾ, ਸੁਪਰੀਮ ਕੋਰਟ ਵੀ ਜਾ ਸਕਦਾ, ਉਹ ਇੱਕੋ ਇੱਕ ਜਿਹੜਾ ਰਸਤਾ ਹੁਣ ਗਵਰਨਰ ਕੋਲੇ ਬਚਦਾ ਕਿ ਜੇ ਭਗਵੰਤ ਸਿੰਘ ਮਾਨ ਦੀ ਪਿੱਠ ਲਾਉਣੀ ਹੋਵੇ ਤਾਂ ਉਹ ਇਹ ਹੈ ਕਿ ਉਹ ਰਾਸ਼ਟਰਪਤੀ ਨੂੰ ਚਿੱਠੀ ਲਿਖ ਸਕਦੇ ਆ ਕਿ ਪੰਜਾਬ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਉਹ ਬਹੁਤ ਮਾੜੀ ਆ, ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਅੰਡਰ ਕੰਟਰੋਲ ਨਹੀਂ ਹੈਗੀ, ਇਸ ਕਰਕੇ ਸਰਕਾਰ ਜਿਹੜੀ ਆ ਉਹ ਭੰਗ ਕਰ ਦਿੱਤੀ ਜਾਵੇ ਤੇ ਗਵਰਨਰੀ ਰਾਜ ਜਿਹੜਾ ਆ ਉਹ ਲੱਗ ਜਾਵੇ। ਤੇ ਮੈਨੂੰ ਇੰਝ ਲੱਗਦਾ ਕਿ ਗੱਲ ਜਿਹੜੀ ਆ ਉਹ ਇੱਧਰ ਨੂੰ ਵਧਣੀ ਆ, ਇਸ ਤੋਂ ਉਰੇ ਜਿਹੜਾ ਰੁਕਣਾ ਨਹੀਂ ਹੈ, ਕਿਉਂਕਿ ਨਾ ਤਾਂ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਦਬਣ ਵਾਲੇ ਆ ਤੇ ਨਾ ਹੀ ਜਿਹੜੇ ਗਵਰਨਰ ਬਨਵਾਲੀਆ ਪੁਰੋਹਿਤ ਆ ਉਹ ਕਿਸੇ ਗੱਲੋਂ ਵੀ ਜਿਹੜੇ ਆ ਪਿੱਛੇ ਹਟਦੇ ਆ। ਪਰ ਇੱਕ ਗੱਲ ਮੈਂ ਇੱਥੇ ਹੋਰ ਕਹਿੰਦਾ ਜੀ ਕਿ ਜਦੋਂ ਭਗਵੰਤ ਸਿੰਘ ਮਾਨ ਨੇ ਬਹੁਤ ਸਾਰੇ ਮਸਲੇ ਜਿਹੜੇ ਆ ਉਹਨਾਂ ਰਾਜਾਂ ਵਿੱਚ ਜਾ ਕੇ ਉਠਾਏ ਆਰਡੀਨੈਂਸ ਨੂੰ ਲੈ ਕੇ, ਤਾਂ ਉੱਥੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਜਿਹੜੀ ਗੱਲ ਆ ਉਹ ਇਹ ਵੀ ਕਰ ਲੈਣੀ ਚਾਹੀਦੀ ਸੀ ਕਿ ਪੰਜਾਬ ਨਾਲ ਧੱਕਾ ਕਿੱਥੇ ਹੋ ਰਿਹਾ, ਪੰਜਾਬ ਨਾਲ ਕੀ ਵਧੀਕੀ ਹੋ ਰਹੀ ਆ। ਬਨਵੈਦ ਜੀ ਇਹੀ ਸਵਾਲ ਲੈ ਕੇ ਮੈਂ ਆਉਣਾ ਚਾਹੁੰਦਾ ਸੀ ਕਿ ਜੇਕਰ ਹੁਣ ਮੈਂ ਆ ਵਿਵਾਦ ਅਸੀਂ ਦੇਖੀਏ, ਇਹ ਵਿਵਾਦ ਸ਼ੁਰੂ ਰਾਮਲੀਲਾ ਗਰਾਊਂਡ ਤੋਂ ਮੁੜ ਤੋਂ ਹੋਇਆ ਬਿਲਕੁਲ, ਜਿੱਥੇ ਖੜੇ ਹੋ ਕੇ ਭਗਵੰਤ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਗਵਰਨਰ ਨੂੰ ਲੈ ਕੇ। ਪਰ ਬਨਵੈਦ ਜੀ ਜੇਕਰ ਮੈਂ ਪਿਛਲੇ 2 ਮਹੀਨਿਆਂ ਦੀ ਗੱਲ ਕਰਾਂ ਤਾਂ ਵੱਖ-ਵੱਖ ਸੂਬਿਆਂ ਦੇ ਵਿੱਚ ਜਾਂਦੇ ਨੇ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈਗੀ, ਵਿਰੋਧੀ ਧਿਰਾਂ ਨੂੰ ਮਿਲ ਰਹੇ ਨੇ, ਸੀਐਮ ਭਗਵੰਤ ਮਾਨ ਹੋਣ ਚਾਹੇ ਕੇਜਰੀਵਾਲ ਹੋਣ ਰਾਘਵ ਚੱਡਾ ਹੋਣ, ਇਹ ਤਿੰਨੋਂ ਜਾ ਕੇ ਉੱਥੇ ਮੁਲਾਕਾਤਾਂ ਵੀ ਕਰਦੇ ਨੇ। ਇਸ ਤੋਂ ਬਾਅਦ ਜੇਕਰ ਆਪਾਂ ਪ੍ਰੈਸ ਕਾਨਫਰੰਸਾਂ ਦੀ ਗੱਲ ਕਰੀਏ ਤਾਂ ਸੀਐਮ ਭਗਵੰਤ ਮਾਨ ਜਿਹੜਾ ਨੇ ਦਿੱਲੀ ਦਾ ਹੀ ਮੁੱਦਾ ਚੱਕਦੇ ਨੇ, ਪਰ ਪੰਜਾਬ ਦੇ ਵਿੱਚ ਵੀ ਜਿਹੜਾ ਆਪਸੀ ਟਕਰਾਇਆ ਉਹ ਗਵਰਨਰ ਤੇ ਪੰਜਾਬ ਸਰਕਾਰ ਦਾ ਬਣਿਆ ਹੋਇਆ। ਅੱਜ ਤੱਕ ਮੈਂ ਕਦੀ ਭਗਵੰਤ ਮਾਨ ਦੇ ਮੂੰਹ ਤੋਂ ਜਿਹੜਾ ਆ ਪੰਜਾਬ ਦਾ ਮੁੱਦਾ ਨਹੀਂ ਸੁਣਿਆ, ਮੈਂ ਦਿੱਲੀ ਦਾ ਹੀ ਮੁੱਦਾ ਸੁਣਿਆ ਕਿ ਲੱਗਦਾ ਨਹੀਂ ਕਿ ਜੇਕਰ ਹੁਣ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ ਨੇ ਤਾਂ ਦਿੱਲੀ ਦੇ ਨਾਲ ਪੰਜਾਬ ਦਾ ਮੁੱਦਾ ਵੀ ਉਨਾ ਹੀ ਬਰਕਰਾਰ ਹੈ, ਉਨਾ ਹੀ ਬਰਾਬਰੀ ਤੇ ਜਿਹੜਾ ਸਾਂਝਾ ਕਰਨਾ ਚਾਹੀਦਾ ਹੈ। ਬਿਲਕੁਲ, ਇਹ ਮੈਨੂੰ ਲੱਗਦਾ ਇੱਕ ਤਾਂ ਇਹ ਜਿਹੜਾ ਆ ਮੁੱਦਾ ਜਿਹੜਾ ਜਿਵੇਂ ਤੁਸੀਂ ਕਿਹਾ ਇਹ ਪੰਜਾਬ ਦਾ ਮੁੱਦਾ ਉਠਾਉਣਾ ਚਾਹੀਦਾ ਸੀਗਾ। ਦੂਜਾ ਮੈਂ ਇਹ ਵੀ ਕਹਿੰਦਾ ਕਿ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ ਤਾਂ ਉਹ ਜਿਹੜਾ ਆ ਖੁਸ਼ ਹੋ ਰਹੀਆਂ ਕਿ ਦੋਨਾਂ ਧਿਰਾਂ ਦਾ ਟਕਰਾਅ ਦੇਖ ਕੇ, ਭੇੜ ਦੇਖ ਕੇ, ਪਰ ਇਹ ਸਮੱਸਿਆ ਕੱਲ ਨੂੰ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਆ ਸਕਦੀ ਆ। ਮੈਨੂੰ ਇਹ ਲੱਗਦਾ ਕਿ ਇਸ ਮੁੱਦੇ ਉੱਤੇ ਸਿਆਸੀ ਪਾਰਟੀਆਂ ਨੂੰ ਜਿਹੜਾ ਤੂਲ ਨਹੀਂ ਦੇਣੀ ਚਾਹੀਦੀ ਜਾਂ ਗਵਰਨਰ ਦੇ ਹੱਕ 'ਚ ਨਹੀਂ ਭੁਗਤਣਾ ਚਾਹੀਦਾ। ਲੋੜ ਇਹ ਆ ਕਿ ਇਸ ਮਾਮਲੇ ਵਿੱਚ ਜਿਹੜਾ ਹੱਕ ਆ, ਜਿਹੜਾ ਸੰਵਿਧਾਨ ਅਧਿਕਾਰ ਦਿੰਦਾ, ਉਹ ਸਰਕਾਰ ਦੇ ਨਾਲ ਜਿਹੜਾ ਆ ਇਹਨਾਂ ਸਿਆਸੀ ਪਾਰਟੀ ਨੂੰ ਖੜਨਾ ਚਾਹੀਦਾ। ਨਹੀਂ ਤਾਂ ਕੱਲ ਨੂੰ ਫਿਰ ਇਹੀ ਸਮੱਸਿਆ ਜਿਹੜੀ ਭਗਵੰਤ ਮਾਨ ਨੂੰ ਆ ਰਹੀ ਆ, ਇਹੀ ਸਮੱਸਿਆ ਕੱਲ ਨੂੰ ਇਹਨਾਂ ਨੂੰ ਆ ਸਕਦੀ ਆ। ਜੀ ਬਨਵੈਦ ਜੀ ਹੁਣ ਅਗਲੇ ਮੁੱਦੇ ਤੇ ਵੱਧਦੇ ਹਾਂ। ਇਹ ਪੰਜਾਬ ਦੇ ਵਿੱਚ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਰਿਹਾ। ਜੇਕਰ ਆਪਾਂ ਹੁਣ ਬੀਤੇ ਮਹੀਨੇ ਜਿਹੜੀਆਂ ਜਿਮਨੀ ਚੋਣਾਂ ਹੋ ਕੇ ਹਟੀਆਂ ਨੇ ਉਸ ਦੇ ਵਿੱਚ ਤਾਂ ਖਾਸ ਕਰਕੇ ਕਾਫੀ ਵੱਡਾ ਮੁੱਦਾ ਰਿਹਾ ਉਹ ਹੈ ਮੰਤਰੀ ਕਟਾਰੂ ਚੱਕ ਦੇ ਅਸ਼ਲੀਲ ਵੀਡੀਓ ਦਾ ਮੁੱਦਾ, ਕਿ ਹੁਣ ਜਿਹੜਾ ਉਹਦੇ ਵਿੱਚ ਕੇਸ਼ਵ ਕੁਮਾਰ ਨੇ ਪੀੜਤ ਨੇ ਉਹਨਾਂ ਨੇ ਯੂ ਟਰਨ ਲੈ ਰਿਹਾ, ਜਿੱਥੇ ਹੁਣ ਜਿਹੜਾ ਆ ਐਸਸੀ ਕਮਿਸ਼ਨ ਦੇ ਵੱਲੋਂ 6 ਜੂਨ ਨੂੰ ਰਿਪੋਰਟ ਦੇ ਲਈ ਜਿਹੜਾ ਨੋਟਿਸ ਭੇਜਿਆ ਗਿਆ ਸੀਗਾ ਕਿ 12 ਜੂਨ ਨੂੰ ਉਸ ਰਿਪੋਰਟ ਭੇਜੀ ਜਾਵੇ, ਰਿਪੋਰਟ ਦੇ ਵਿੱਚ ਜਾਂਚ ਜਿਹੜੀ ਹੋਈ ਆ ਉਹ ਰਿਪੋਰਟ ਜਿਹੜੀ ਆ ਉਹ ਭੇਜੀ ਜਾਵੇ ਐਸਸੀ ਕਮਿਸ਼ਨ ਨੂੰ। ਸੋ ਹੁਣ ਰਿਪੋਰਟ ਜਿਹੜੀ ਭੇਜੀ ਜਾਣੀ ਸੀ ਉਸ ਤੋਂ ਪਹਿਲਾਂ ਹੁਣ ਯੂ ਟਰਨ ਮਾਰ ਲਿਆ। ਕੀ ਦੇਖਦੇ ਹੋ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਦੇਖੋ ਵਿਵੇਕ ਜੀ, ਮੈਨੂੰ ਇਹ 'ਚ ਕੋਈ ਹੈਰਾਨੀ ਨਹੀਂ ਹੋਈ। ਸਰਕਾਰਾਂ ਇਸ ਤਰ੍ਹਾਂ ਕਰਦੀਆਂ ਰਹਿੰਦੀਆਂ, ਜਿਹੜੀ ਕੋਈ ਵੀ ਮੁੱਦਾ ਹੁੰਦਾ ਓਪੋਜੀਸ਼ਨ ਨੇ ਚੁੱਕਣਾ ਹੁੰਦਾ, ਸਰਕਾਰ ਨੇ ਦਬਾਉਣਾ ਹੁੰਦਾ। ਜੇ ਸਰਕਾਰ ਪੰਜਾਬ 'ਚ ਆਪਣੀ ਆ, ਪੰਜਾਬ ਦੇ ਮੰਤਰੀ ਤੇ ਉਸ ਪਾਰਟੀ ਦੇ ਮੰਤਰੀ ਕੋਈ ਜਿਹੜਾ ਇਲਜ਼ਾਮ ਲੱਗਾ ਤਾਂ ਕੁਦਰਤੀ ਆ ਕਿ ਉਹਨੂੰ ਜਿਹੜਾ ਆ ਇਹ ਕਲੀਨ ਚਿੱਟ ਮਿਲਣੀ ਸੀ ਇੰਡਾਇਰੈਕਟਲੀ, ਜਾਂ ਕਲੀਨ ਚਿੱਟ ਕਹਿ ਲਈ ਆਪਾਂ। ਇੱਕ ਗੱਲ ਤਾਂ ਇਹ, ਦੂਜੀ ਗੱਲ ਇਹ ਕਿ ਇਹ ਜੇ ਭਗਵੰਤ ਸਿੰਘ ਮਾਨ ਨੇ ਇੱਕ ਸਿੱਟ ਬਣਾਈ ਆ, ਉਹ ਸਿੱਟ ਜਿਹੜੀ ਆ ਜੇ ਸਰਕਾਰ ਦੇ ਇਸ਼ਾਰੇ ਤੇ ਇੰਨਾ ਵੀ ਨਾ ਕੰਮ ਕਰ ਸਕੀ ਤਾਂ ਫਿਰ ਅਫਸਰ ਜਿਹੜੇ ਆ ਸਰਕਾਰ ਜਿਹੜੇ ਮੁੱਖ ਮੰਤਰੀ ਦੀ ਸ਼ਾਬਾਸ਼ ਜਿਹੜੀ ਵਾਹ ਆ ਉਹ ਕਿਵੇਂ ਲੈ ਸਕਦੇ ਆ? ਦੇਖੋ ਹੁਣ ਇਹ 'ਚ ਆਪਾਂ ਜੇ ਗੱਲ ਕਰ ਲਈਏ ਕਿ ਯੂ ਟਰਨ 'ਚ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸ਼ਿਕਾਇਤ ਆ ਉਹ ਮੇਰੇ ਵੱਲੋਂ ਹੋਈ ਨਹੀਂ ਹੈ, ਜਾਂ ਜਿਹੜੇ ਮੇਰੇ ਨਾਲ ਕੁਝ ਅਜਿਹਾ ਨਹੀਂ ਹੋਇਆ। ਤੇ ਇਹ ਵੀ ਪਤਾ ਲੱਗਾ ਕਿ ਜਿਹੜਾ ਕਹਿੰਦਾ ਨਾਬਾਲਗ ਆ ਉਹ ਉਸ ਵੇਲੇ ਨਾਬਾਲਗ ਨਹੀਂ ਸੀ, ਜਿਹੜੇ ਸਕੂਲ ਦੇ ਸਰਟੀਫਿਕੇਟ ਆ ਉਹ ਸਾਰੇ ਇਹ ਦੱਸਦੇ ਆ। ਪਰ ਹੁਣ ਇੱਕ ਤਾਂ ਇਹ ਕਿ ਜਿਹੜਾ ਮਾਮਲਾ ਪਹਿਲਾਂ ਹੀ ਚੱਲਦਾ ਸੀਗਾ ਕਿ ਕਿਸੇ ਐਸਸੀ ਦਾ ਮਾਮਲਾ ਉਠਾਇਆ ਗਿਆ ਸੀ ਕਿ ਐਸਸੀ ਨਾਲ ਵਧੀਕੀ ਹੋਈ ਆ, ਉਹ ਤੇ ਇਹ ਹੈ ਕਿ ਉਹ ਦੋਨੇ ਹੀ ਇੱਕੋ ਭਾਈਚਾਰੇ ਨੂੰ ਬਿਲੋਂਗ ਕਰਦੇ ਆ। ਸੋ ਤਾਂ ਗੱਲ ਜਿਹੜੀ ਆ ਉਹ ਰਹੀ ਨਹੀਂ ਹੈਗੀ। ਦੂਜੀ ਗੱਲ ਇਹ ਕਿ ਮਾਮਲਾ ਜਿਹੜਾ ਆ ਅਪਰਾਧਕ ਨਹੀਂ ਬਣਦਾ ਹੈਗਾ। ਜਿਵੇਂ ਆਪਾਂ ਕਹਿ ਦਈਏ ਕਿ ਗਵਰਨਰ ਨੇ ਕਿਹਾ ਉਹਨੂੰ ਹਟਾ ਦਿਓ, ਇਹ ਦੇਖੋ ਜਿਹੜੀ ਨੈਤਿਕਤਾ ਆ ਉਹਦੇ ਆਧਾਰ ਤੇ ਤਾਂ ਇਹ ਜਿਹੜਾ ਆ ਹਟਾਇਆ ਜਾਣਾ ਚਾਹੀਦਾ ਬਣਦਾ ਆ। ਪਰ ਇਹ ਕਿ ਜਿਹੜਾ ਤੁਸੀਂ ਇਹ ਕਹੋ ਕਿ ਅਪਰਾਧਿਕ ਮਾਮਲਾ ਆ ਜਾਂ ਇਹਨੂੰ ਕੋਈ ਸਜ਼ਾ ਹੋ ਸਕਦੀ ਆ, ਅਜਿਹਾ ਕੁਝ ਵੀ ਨਹੀਂ ਹੈਗਾ। ਇੱਕ ਗੱਲ ਤਾਂ ਇਹ। ਦੂਜੀ ਗੱਲ ਇਹ
ਜਿਹੜੀ ਮੈਂ ਪਹਿਲਾਂ ਗੱਲ ਕਰਤੀ ਸੀ ਕਿ ਗਵਰਨਰ ਨੇ 10 ਚਿੱਠੀਆਂ ਪਾਈਆਂ ਭਗਵੰਤ ਸਿੰਘ ਮਾਨ ਨੂੰ ਵੱਖ-ਵੱਖ ਗੱਲਾਂ ਪੁੱਛਣ ਲਈ। 3 ਚਿੱਠੀਆਂ ਉਹਨਾਂ ਵਿੱਚੋਂ ਕਟਾਰੂ ਚੱਕ ਨਾਲ ਸੰਬੰਧਿਤ ਇਹ 'ਚ ਕਿਹਾ ਵੀ ਸਾ ਹਟਾ ਵੀ ਦਿਓ, ਤੇ ਨਾਲ ਇਹ ਵੀ ਹੋਇਆ ਸੀ ਕਿ ਜਿਹੜੀ ਉਹਨਾਂ ਨੇ ਇੱਕ ਵੀਡੀਓ ਪਾਈ ਸੀਗੀ, ਉਹ ਵੀਡੀਓ ਜਿਹੜੀ ਫੋਰੈਂਸਿਕ ਲੈਬ ਤੋਂ ਚੈੱਕ ਕਰਾਈ ਗਈ ਸੀ, ਉਹ ਠੀਕ ਪਾਈ ਗਈ ਸੀ, ਕੋਈ ਅਜਿਹਾ ਨਹੀਂ ਸੀਗਾ ਕਿ ਉਹ ਜਿਹੜੀ ਜੋੜੀ ਤਰੋੜੀ ਮਰੋੜੀ ਗਈ ਆ ਕਿ ਅਜਿਹਾ ਕੁਝ ਵੀ ਨਹੀਂ ਸੀਗਾ। ਸੋ ਉਸ ਤੋਂ ਬਾਅਦ ਹੁਣ ਜਦੋਂ ਉਹ ਮੁੱਕਰ ਗਿਆ ਤਦ ਇਸ ਇੱਕ ਤਰ੍ਹਾਂ ਨਾਲ ਜਿਹੜੀ ਹੈਗੀ ਆ ਉਹ ਕਲੀਨ ਚਿੱਟ ਮਿਲ ਗਈ ਜਾਂ ਉਹ ਯੂ ਟਰਨ ਲੈਣ ਤੋਂ ਬਾਅਦ ਹੁਣ ਜਿਹੜਾ ਉਹ ਦੋ ਗੱਲਾਂ ਜਿਹੜੀਆਂ ਭਗਵੰਤ ਮਾਨ ਸਰਕਾਰ ਦੇ ਕੋਲੇ ਹੋ ਗਈਆਂ ਵੱਡੀਆਂ। ਇੱਕ ਤਾਂ ਇਹ ਕਿ ਉਹ ਅੱਜ ਕੱਲ੍ਹ 'ਚ ਗਵਰਨਰ ਨੂੰ ਜਵਾਬ ਦੇ ਸਕਦੇ ਕਿ ਭਾਈ ਜਿਹੜੀ ਚਿੱਠੀਆਂ ਤੁਸੀਂ ਜਵਾਬ ਸਾਨੂੰ ਭੇਜਦਾ ਸੀ ਜਵਾਬ ਦੇਣਾ ਸੀਗਾ, ਆਹ ਲਓ ਜਵਾਬ, ਤੇ ਜਿਹੜਾ ਬੰਦਾ ਆ ਉਹੀ ਮੁੱਕਰ ਗਿਆ। ਦੂਜੀ ਗੱਲ ਇਹ ਕਿ ਜਿਹੜਾ ਐਸਸੀ ਕਮਿਸ਼ਨ ਨੇ 3 ਚਿੱਠੀਆਂ ਪਾਈਆਂ, 3 ਵਾਰੀ ਕਿਹਾ ਸੀਗਾ ਕਿ ਸਾਨੂੰ ਰਿਪੋਰਟ ਦਿਓ, ਹੁਣ ਉਹ ਵੀ ਜਿਹੜੀ ਆ ਰਿਪੋਰਟ ਜਿਹੜਾ ਜਵਾਬ ਹੈ ਉਹ ਦਿੱਤਾ ਜਾ ਸਕਦਾ। ਇਹ ਉਸ ਆਧਾਰ ਤੇ ਜਿਹੜੀ ਸੈੱਟ ਆ ਉਹਦੇ ਕੋਲੇ ਉਹ ਬੰਦਾ ਯੂ ਟਰਨ ਲੈ ਗਿਆ ਕਿ ਮੈਂ ਤਾਂ ਕੋਈ ਇਹੀ ਜਿਹੜਾ ਆ ਕੁਝ ਨਾ ਦੋਸ਼ ਲਾਉਣਾ ਚਾਹੁੰਦਾ ਆ। ਸੋ ਅਜਿਹਾ ਕੁਝ ਕਰਕੇ ਜਿਹੜਾ ਆ ਸਰਕਾਰ ਤੇ ਕਟਾਰੂ ਚੱਕ ਜਿਹੜੇ ਆ ਉਹ ਬਚ ਗਏ। ਪਰ ਮੈਨੂੰ ਇਹ ਲੱਗਦਾ ਕਿ ਮੈਂ ਸੋਚਦਾ ਹੁੰਦਾ ਕਈ ਵਾਰੀ ਕਿ ਜਿਸ ਮੰਤਰੀ ਉੱਤੇ, ਜਿਸ ਪ੍ਰਤੀਨਿਧ ਉੱਤੇ ਮਤਲਬ ਜਿਹੜੇ ਪੰਜਾਬ ਦੇ 10-15 ਟੌਪ ਦੇ ਚੁਣੇ ਪ੍ਰਤੀਨਿਧ ਆ ਉਹਨਾਂ ਦੇ ਕਟਾਰੂ ਚੰਦ ਦਾ ਨਾਂ ਆਉਂਦਾ, ਕਿਉਂਕਿ ਮੰਤਰੀ ਜਿਹੜੇ ਆ ਉਹ ਸਿਰਫ 15 ਆ ਪੰਜਾਬ 'ਚ। ਸੋ 15 ਜਿਹੜੇ ਸਾਡੇ ਰੀਪ੍ਰਜੈਂਟੇਟਿਵ ਆ ਟੌਪ ਦੇ, ਉਹਨਾਂ ਦੇ ਨਾਂ ਆਉਂਦਾ। ਹੁਣ ਇਹ ਜਿਹੜਾ ਸਾਡਾ ਰੀਪ੍ਰਜੈਂਟੇਟਿਵ ਹੈ, ਚੁਣਿਆ ਹੋਇਆ ਪ੍ਰਤੀਨਿਧ ਆ, ਇਹ ਆਪਣੇ ਦਫ਼ਤਰ 'ਚ ਕਿਵੇਂ ਵਿਚਰਦਾ ਹੋਊ, ਲੋਕਾਂ ਨਾਲ ਕਿਵੇਂ ਵਿਚਰਦਾ, ਜਾਂ ਜਿਹੜੇ ਆਪਣੇ ਮੰਤਰੀ ਵਾਲੇ ਸਾਥੀ ਆ ਉਹਨਾਂ ਨਾਲ ਕਿਵੇਂ ਵਿਚਰਦਾ, ਉਹਦੇ ਲਈ ਇੱਕ ਬਹੁਤ ਵੱਡਾ ਇੱਕ ਜੇਰਾ ਚਾਹੀਦਾ ਹੁੰਦਾ, ਜਾਂ ਆਪਾਂ ਕਹਿ ਦਈਏ ਕਿ ਬੰਦੇ ਕੋਲ ਇੱਕ ਢੀਠਪਣਾ ਚਾਹੀਦਾ ਹੁੰਦਾ। ਸੋ ਇਹ ਗੱਲ ਫਿਰ ਉੱਥੇ ਆਉਣੀ ਆ ਕਿ ਗੱਲ ਹੁਣ ਨੈਤਿਕਤਾ ਦੇ ਮੁੱਕਣੀ ਆ ਕਿ ਕੀ ਉਹ ਉਨੇ ਹੀ ਕੌਨਫੀਡੈਂਸ ਨਾਲ ਵਿਚਰ ਸਕੂਗਾ, ਕੀ ਉਨੇ ਕੌਨਫੀਡੈਂਸ ਨਾਲ ਮਹਿਕਮਾ ਚਲਾ ਸਕੂਗਾ। ਪਰ ਸਾਡੇ ਇੱਕ ਸੂਤਰੇ ਕਹਿੰਦੇ ਆ ਕਿ ਕਟਾਰੂ ਚੰਦ ਅਗਲੇ ਦਿਨੀ ਜਾਂ ਅਸਤੀਫਾ ਦੇ ਦੂਗੇ ਜਾਂ ਅਸਤੀਫਾ ਲੈ ਲਿਆ ਜਾਊਗਾ, ਕਿਉਂਕਿ ਸਰਕਾਰ ਉਹਨਾਂ ਨੂੰ ਹਟਾਉਣਾ ਇਹ ਨਹੀਂ ਸੀ ਚਾਹੁੰਦੀ ਕਿ ਜਿਹੜੀ ਵਿਰੋਧੀ ਧਿਰਾਂ ਆ ਉਹਦੇ ਦਬਾਅ ਹੇਠ ਆ ਕੇ ਹਟਾਇਆ ਜਾਵੇ, ਜਾਂ ਸਰਕਾਰ ਇਹ ਨਹੀਂ ਚਾਹੁੰਦੀ ਕਿ ਇਹ ਕਹਿਣ ਕਿ ਮੰਤਰੀ ਤੇ ਆਹ ਇਲਜ਼ਾਮ ਲੱਗਾ ਤਾਂ ਹਟਾਤਾ। ਹੁਣ ਸਰਕਾਰ ਨੇ ਨੂੰ ਜਦੋਂ ਇਸ ਸੈੱਟ ਨੇ ਇੰਡਾਇਰੈਕਟਲੀ ਕਲੀਨ ਚਿੱਟ ਦੇ ਦਿੱਤੀ ਜਾਂ ਜਿਹੜਾ ਬੰਦਾ ਯੂ ਟਰਨ ਲੈ ਗਿਆ, ਉਸ ਤੋਂ ਬਾਅਦ ਇਹ ਕਹਿਣਗੇ ਕਿ ਅਸੀਂ ਜਿਹੜਾ ਅਸਤੀਫਾ ਆ ਇਹ ਲੈ ਲਿਆ ਬੰਦੇ ਦਾ, ਲਓ ਹੁਣ ਤੁਸੀਂ ਜਿਹੜੀ ਗਾਹਾਂ ਨਿਰਪੱਖ ਜਾਂਚ ਕਰਨੀ ਆ ਉਹ ਕਰਾਓ। ਦੂਜੇ ਸ਼ਬਦਾਂ 'ਚ ਮੈਂ ਕਹਿੰਦਾ ਕਿ ਮੁੱਖ ਮੰਤਰੀ ਨੇ ਜਿਹੜੀ ਵਿਰੋਧੀ ਧਿਰ ਆ ਉਹ ਇੱਕ ਤਰ੍ਹਾਂ ਨਾਲ ਨਿੱਸਲ ਕਰਕੇ ਰੱਖ ਦਿੱਤੀ, ਕਿਉਂਕਿ ਵਿਰੋਧੀ ਧਿਰ ਜਿਹੜੀ ਆ ਉਹ ਅਸਤੀਫੇ ਤੋਂ ਬਿਨਾਂ ਗੱਲ ਨਹੀਂ ਸੀ ਕਰਦੀ ਹੈਗੀ। ਸੋ ਹਾਲ ਦੀ ਘੜੀ ਜਿਹੜਾ ਕਟਾਰੂ ਚੱਕ ਆ ਉਹਨੂੰ ਰਾਹਤ ਤਾਂ ਮਿਲ ਗਈ, ਪਰ ਅਗਲੇ ਦਿਨੀ ਇਹਦੇ ਜਿਹੜੇ ਨਤੀਜੇ ਆ ਕੀ ਨਿਕਲਦੇ ਆ, ਸਰਕਾਰ ਅੰਦਰੀ ਨੀਤੀ ਕੀ ਬਣਾਈ ਬੈਠੀ ਆ। ਜਿਵੇਂ ਪਹਿਲਾਂ ਕਿਹਾ ਕਿ ਹੋ ਸਕਦਾ ਹੁਣ ਜਿੱਤਣ ਤੋਂ ਬਾਅਦ ਸਵੈਛਾ ਨਾਲ ਅਸਤੀਫਾ ਦੇ ਦੇਣ, ਜਾਂ ਇਹ ਹੋ ਸਕਦਾ ਕਿ ਸਰਕਾਰ ਜਿਹੜੀ ਅਸਤੀਫਾ ਲੈ ਲਵੇ ਕਿ ਦੇਖੋ ਭਾਈ ਬੰਦਾ ਬਰੀ ਵੀ ਹੋ ਗਿਆ, ਪਰ ਅਸੀਂ ਕਿਉਂਕਿ ਨੈਤਿਕਤਾ ਦੇ ਆਧਾਰ ਤੇ ਤੁਸੀਂ ਕਹਿੰਦੇ ਸੀਗੇ ਅਸੀਂ ਜਿਹੜਾ ਅਸਤੀਫਾ ਆ ਉਹ ਦੇ ਦਿੱਤਾ, ਪਰ ਵਿਰੋਧੀ ਧਿਰਾਂ ਤੇ ਨਹੀਂ ਆਪਣੇ ਆਪ ਜਿਹੜਾ ਫੈਸਲਾ ਲਿਆ। ਬਨਵੈਤ ਜੀ, ਕੀ ਅਸੀਂ ਮੰਨ ਸਕਦੇ ਹਾਂ ਕਿ ਜਿਹੜੇ ਬਾਰ-ਬਾਰ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਸੀ ਵਿਰੋਧੀ ਧਿਰਾਂ ਦੇ ਉੱਤੇ ਕਿ ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਅਕਸ਼ ਖਰਾਬ ਕਰਨ ਦੇ ਲਈ ਵਿਰੋਧੀ ਧਿਰਾਂ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ? ਕਿਉਂਕਿ ਜੇਕਰ ਆਪਾਂ ਮਾਮਲਾ ਪੂਰਾ ਦੇਖੀਏ ਤਾਂ ਸੁਖਪਾਲ ਖਹਿਰਾ ਜਿਹੜਾ ਨੇ ਗਵਰਨਰ ਕੋਲ ਜਾਂਦੇ ਨੇ 1 ਤਰੀਕ ਨੂੰ, ਤਾਂ ਉਸ ਤੋਂ ਬਾਅਦ ਉਹ ਜਨਤਕ ਨਹੀਂ ਕਰਦੇ, ਨਾ ਤਾਂ ਮੰਤਰੀ ਦਾ ਨਾਮ ਜਨਤਕ ਕਰਦੇ ਨੇ ਨਾ ਵੀਡੀਓ ਜਨਤਕ ਕਰਦੇ ਨੇ। ਸੋ ਉਸ ਤੋਂ ਬਾਅਦ ਬੀਜੇਪੀ ਦੇ ਲੀਡਰ ਦੇ ਵੱਲੋਂ ਜਿਹੜਾ ਆ ਨਾਮ ਜਨਤਕ ਕਰ ਦਿੱਤਾ ਜਾਂਦਾ ਆ, ਫਿਰ ਪੀੜਤ ਨੂੰ ਵੀ ਸਾਹਮਣੇ ਲਿਆਇਆ ਜਾਂਦਾ ਹੈ, ਫਿਰ ਐਸਸੀ ਕਮਿਸ਼ਨ ਦੇ ਵਿੱਚ ਕੰਪਲੇਂਟ ਵੀ ਪੈ ਜਾਂਦੀ ਹੈ। ਸੋ ਲਗਾਤਾਰ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਸਾਡਾ ਅਕਸ਼ ਖਰਾਬ ਕਰਨ ਦੇ ਲਈ ਇਹ ਖੇਲ ਖੇਡਿਆ ਜਾ ਰਿਹਾ ਆ। ਸੋ ਹੁਣ ਜਿਹੜਾ ਪੀੜਤ ਉਹ ਆਪ ਹੀ ਮੁੱਕਰ ਗਿਆ, ਯੂ ਟਰਨ ਲੈ ਗਿਆ, ਕਿ ਮੰਨ ਸਕਦੇ ਹਾਂ ਕਿ ਹੁਣ ਜਿਹੜਾ ਮੁੱਦਾ ਸੀ ਉਹ ਖਤਮ ਹੋ ਗਿਆ, ਤਾਂ ਉਸ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਜਿਹੜਾ ਉਹ ਖਤਮ ਕਰਨ ਦੇ ਵੱਲ ਤੁਰ ਪਏ ਨੇ। ਇਹ ਮੈਨੂੰ ਇਹ ਲੱਗਦਾ ਕਿ ਜਿਹੜਾ ਮਾਮਲਾ ਨਾ ਇਹ ਮੁੱਕਿਆ ਨਹੀਂ ਹੈਗਾ, ਇਹ ਭਖ ਸਕਦਾ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੀੜਤ ਜਿਹੜਾ ਸਾਹਮਣੇ ਆਇਆ ਸੀ ਉਹਨੇ ਬਿਆਨ ਦਰਜ ਕਰਾਏ ਸੀਗੇ। ਹੁਣ ਇੱਥੇ 2 ਸਰਕਾਰਾਂ ਦਾ ਟਕਰਾਅ ਆ, ਇੱਕ ਆਪ ਦਾ ਤੇ ਇੱਕ ਬੀਜੇਪੀ ਦਾ। ਕਿਉਂਕਿ ਜਦੋਂ ਤੁਹਾਡੇ ਧਿਆਨ ਚ ਹੋਣਾ ਕਿ ਖਹਿਰਾ ਨੇ ਜਿਹੜੀ ਕੈਸੇਟ ਦਿੱਤੀ ਸੀਗੀ, ਵੀਡੀਓ ਦਿੱਤੀ ਸੀਗੀ ਗਵਰਨਰ ਨੂੰ, ਉਸ ਤੋਂ ਬਾਅਦ ਤੁਰੰਤ ਜਿਹੜਾ ਸਾਰਾ ਖੁਲਾਸਾ ਉਹ ਕੀਤਾ ਸੀ ਮਨਜਿੰਦਰ ਸਿੰਘ ਸਿਰਸਾ ਨੇ। ਸੋ ਹੋ ਸਕਦਾ ਇਹ ਪੋਸੀਬਿਲਿਟੀ ਆ ਕਿ ਬੀਜੇਪੀ ਹੁਣ ਉਸ ਬੰਦੇ ਉੱਤੇ ਜਿਹੜਾ ਕੇਸ਼ਵ ਕੁਮਾਰ ਹੈ ਉੱਤੇ ਇੰਨਾ ਪ੍ਰੈਸ਼ਰ ਪਾਦਾ ਹੈ ਕਿ ਮੁੜ ਕੇ ਫਿਰ ਬਿਆਨ ਬਦਲ ਲੈ, ਕਿਉਂਕਿ ਇਹ ਗੱਲ ਜਿਹੜੀ ਆ ਜਿਹੜਾ ਮਾਮਲਾ ਆ ਉਹ ਸਿਰਫ ਉੱਥੋਂ ਤੱਕ ਸੀਮਤ ਨਹੀਂ ਹੈਗਾ ਕਿ ਘਟਨਾ ਵਾਪਰੀ ਕਿ ਨਹੀਂ ਵਾਪਰੀ। ਜਿਹੜਾ ਮਾਮਲਾ ਆ ਉਹ ਦੋਨਾਂ ਪਾਰਟੀਆਂ ਦੇ, ਦੋਨਾਂ ਧਿਰਾਂ ਦੇ ਟਕਰਾਅ ਦਾ ਆ। ਸੋ ਬਹੁਤ ਦੇਖੋ ਬਹੁਤ ਵਾਰੀ ਇਹ ਹੁੰਦਾ ਕਿ ਜਦੋਂ ਸਰਕਾਰ ਜਿਹੜੀ ਆ ਆਪਣਾ ਪ੍ਰੈਸ਼ਰ ਪਾ ਕੇ ਮਾਮਲਾ ਦਵਾਉਂਦੀ ਆ, ਤਾਂ ਸਰਕਾਰ ਜਿਹੜੀ ਪੰਜਾਬ ਆ ਉਹ ਤੋਂ ਵੱਡਾ ਇੱਕ ਸੈਂਟਰ ਵੀ ਬੈਠਾ, ਤੇ ਸੈਂਟਰ ਕੋਲ ਵੀ ਬੜੇ ਜਿਹੜੇ ਤੌਰ ਤਰੀਕੇ ਹੁੰਦੇ ਆ ਕਿ ਮੁੜ ਕੇ ਮਰੇ ਹੋਏ ਮਾਮਲਿਆਂ ਨੂੰ ਜਿਹੜੇ ਆ ਉਹ ਖੜਾ ਕਰਦਾ। ਤੇ ਮੈਨੂੰ ਇਹ ਲੱਗਦਾ ਕਿ ਮਾਮਲਾ ਜਿਹੜਾ ਸਹਿਜੇ ਕੀਤੇ ਦੱਬਣ ਵਾਲਾ ਨਹੀਂ ਹੈਗਾ।
ਸੋ ਹੁਣ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਹੁਣ ਵਿਜੀਲੈਂਸ ਦੇ ਨਾਲ ਜੁੜਿਆ ਲੈ ਲੈਂਦੇ ਹਾਂ ਕਿ ਵਿਜੀਲੈਂਸ ਜਿਹੜਾ ਆ ਪੰਜਾਬ ਦੇ ਵਿੱਚ ਕਾਫੀ ਐਕਟਿਵ ਦਿਖਾਈ ਦੇ ਰਿਹਾ ਆ, ਜਿੱਥੇ ਅੱਜ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਰਹਿ ਚੁੱਕੇ ਨੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਹੈ। ਉੱਥੇ ਹੀ ਹੁਣ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਗੁਰਪ੍ਰੀਤ ਕਾਂਗੜ ਨੂੰ ਜਿਹੜਾ ਆ ਕੈਨੇਡਾ ਦੇ ਜਹਾਜ਼ 'ਤੇ ਨਹੀਂ ਚੜ੍ਹਨ ਦਿੱਤਾ ਗਿਆ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਜਿਹੜਾ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਕਰਕੇ ਉਹਨਾਂ ਨੂੰ ਕੈਨੇਡਾ ਵਾਲੇ ਜਹਾਜ਼ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਆ। ਇਹ ਕਿਵੇਂ ਦੇਖਦੇ ਹੋ ਬਰਵੈਜ ਇਸ ਪੂਰੇ ਮਾਮਲੇ ਨੂੰ? ਅਸਲ 'ਚ ਇਹ ਹੈ ਕਿ ਜਿਹੜੇ ਮਾਲ ਮੰਤਰੀ ਰਹੇ ਆ, ਜਿਨ੍ਹਾਂ ਕੋਲੇ ਵੱਡਾ ਮਹਿਕਮਾ ਰਿਹਾ, ਥੋੜੇ ਧਿਆਨ ਸੁਣੋ ਕਿ ਪਹਿਲਾਂ ਬਿਜਲੀ ਮਹਿਕਮਾ ਦਿੱਤਾ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ, ਫਿਰ ਬਾਅਦ 'ਚ ਜਦੋਂ ਜਿਹੜੀ ਆ ਉਥਲ ਪੁਥਲ ਹੋਈ ਸੀਗੀ, ਨਵਜੋਤ ਸਿੰਘ ਸਿੱਧੂ ਕੋਲੋਂ ਲਿਆ ਸੀ ਸਥਾਨਕ ਸਰਕਾਰਾਂ ਮਹਿਕਮਾ, ਉਸ ਵੇਲੇ ਜਿਹੜਾ ਬਿਜਲੀ ਮਹਿਕਮਾ ਆ ਉਹ ਦੇਤਾ ਸੀ ਨਵਜੋਤ ਸਿੰਘ ਸਿੱਧੂ ਨੂੰ, ਚਾਹੇ ਉਹਨਾਂ ਨੇ ਨਹੀਂ ਲਿਆ ਸੀਗਾ, ਤੇ ਜਿਹੜਾ ਮਾਲ ਵਿਭਾਗ ਦੇਤਾ ਸੀਗਾ ਉਹ ਗੁਰਪ੍ਰੀਤ ਸਿੰਘ ਕਾਂਗੜ ਨੂੰ। ਸੋ ਵੱਡਾ ਮਹਿਕਮਾ ਰਿਹਾ, ਵੱਡੇ ਕੰਮ ਕੀਤੇ ਆ। ਹੁਣ ਉਹ ਆਪਣੇ ਭਾਣਜੇ ਦੇ ਵਿਆਹ ਵਿੱਚ ਭੰਗੜਾ ਪਾਉਣ ਜਾ ਰਹੇ ਸੀਗੇ ਜੀ, ਹਨਾ, ਪਰ ਵਿਜੀਲੈਂਸ ਨੇ ਜਹਾਜ਼ ਚੜ੍ਹਨ ਤੋਂ ਪਹਿਲੇ ਰੋਕ ਲਿਆ। ਪਤਾ ਹੈ ਉਹਨਾਂ ਦਾ ਜਿਹੜਾ ਕਹਿਣਾ ਹੈ ਨਾ ਜੀ ਗੁਰਪ੍ਰੀਤ ਸਿੰਘ ਕਾਂਗੜ ਦਾ, ਕਿ ਮੈਂ ਵਿਜੀਲੈਂਸ ਨੂੰ ਇੱਕ ਮੇਲ ਪਾਈ ਸੀਗੀ ਜਿਹਦੇ ਵਿੱਚ ਕਿਹਾ ਸੀ ਕਿ ਮੇਰੇ ਭਾਣਜੇ ਦਾ ਵਿਆਹ ਆ, ਮੈਂ ਉੱਥੇ ਜਾਣਾ, ਤੁਸੀਂ ਮੈਨੂੰ ਜਾਣ ਦੀ ਆਗਿਆ ਦਿਓ, ਕਿਉਂਕਿ ਉਹਨਾਂ ਨੇ ਜਵਾਬ ਨਹੀਂ ਦਿੱਤਾ, ਇਸ ਕਰਕੇ ਮੈਂ ਜਿਹੜਾ ਜਾਣ ਦਾ ਫੈਸਲਾ ਲੈ ਲਿਆ। ਉਹਨਾਂ ਦਾ ਜਿਹੜਾ ਬਹਾਨਾ ਆ ਉਹ ਇਹ ਆ। ਹੁਣ ਤੁਹਾਨੂੰ ਇੱਕ ਥੋੜਾ ਸਪਸ਼ਟ ਕਰਦਾ ਕਿ ਵਿਜੀਲੈਂਸ ਨੇ ਉਹਨਾਂ ਨੂੰ 에ਅਰਪੋਰਟ ਤੋਂ ਰੋਕਿਆ ਪਰ ਗ੍ਰਿਫਤਾਰ ਨਹੀਂ ਕੀਤਾ ਹੈਗਾ। ਪਰ ਹੁਣ ਅਗਲੀ ਗੱਲ ਇਹ ਆ ਕਿ ਕੀ ਲੁੱਕਆਊਟ ਨੋਟਿਸ ਦੇ ਹੁੰਦਿਆਂ ਉਹ ਭੱਜ ਸਕਦੇ ਸੀਗੇ? ਇੱਥੇ ਮੈਨੂੰ ਇੱਕ ਜਿਹੜਾ ਮੇਰੇ ਮਨ 'ਚ ਸਵਾਲ ਅੰਦਰ ਖੜਾ ਹੁੰਦਾ ਨਾ, ਉਹ ਇਹ ਆ ਜੀ ਕਿ ਜੇ ਬੀਜੇਪੀ ਜਿਹਦੇ ਵਿੱਚ ਉਹ ਸਵਾਰ ਹੋਇਆ ਛਾਲ ਮਾਰ ਜਿਹਦੇ ਵੇਲੇ ਵਿੱਚ, ਜੇ ਬੀਜੇਪੀ ਚਾਹੁੰਦੀ ਤਾਂ ਸ਼ਾਇਦ ਉਹਨਾਂ ਨੂੰ ਲੰਘਾ ਸਕਦੀ ਸੀ, ਕਿਉਂਕਿ 에ਅਰਪੋਰਟ ਤੋਂ ਜਿਹੜੀ ਆ ਉਹ ਪੰਜਾਬ ਵਿਜੀਲੈਂਸ ਨਾਲੋਂ ਜਿਹੜਾ ਹੋਲਡ ਆ ਜ਼ਿਆਦਾ ਉਹ ਸੈਂਟਰ ਸਰਕਾਰ ਦਾ ਹੁੰਦਾ। ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਲੀਡਰ ਜਾਂ ਜਿਹੜੇ ਸਾਬਕਾ ਮੰਤਰੀ ਛੜੱਪਾ ਮਾਰ ਕੇ ਕਾਂਗਰਸ ਛੱਡ ਕੇ ਜਾਂ ਅਕਾਲੀ ਦਲ ਛੱਡ ਕੇ ਬੀਜੇਪੀ 'ਚ ਗਏ ਆ, ਉਹ ਵੀ ਹੁਣ ਸੇਫ ਉੱਤੇ ਨਹੀਂ ਹੈਗੇ। ਅਗਲੀ ਗੱਲ ਇਹ ਵੀ ਆ ਕਿ ਜਦੋਂ ਤੋਂ ਟਕਰਾਅ ਜ਼ਿਆਦਾ ਵਧਿਆ ਬੀਜੇਪੀ ਤੇ ਆਮ ਆਦਮੀ ਪਾਰਟੀ ਵਿੱਚ, ਉਦੋਂ ਤੋਂ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਉਹਨਾਂ ਲੀਡਰਾਂ ਦੇ ਦੁਆਲੇ ਜ਼ਿਆਦਾ ਹੋ ਗਏ ਜਿਹੜੇ ਬੀਜੇਪੀ ਵਿੱਚ ਜਾ ਕੇ ਸ਼ਾਮਲ ਹੋਏ ਆ। ਆਪਾਂ ਗੱਲ ਕਰ ਲਈਏ ਬਲਬੀਰ ਸਿੰਘ ਸਿੱਧੂ ਦੀ ਕਰ ਲਈਏ, ਅਮਰਜੀਤ ਸਿੰਘ ਜੀਤੀ ਦੀ ਕਰ ਲਈਏ, ਮੇਅਰ ਮੋਹਾਲੀ ਦੀ, ਜਾਂ ਹੁਣ ਚਰਨ ਸਿੰਘ ਚੰਨੀ ਬਾਰੇ ਵੀ ਇਹ ਕਿਹਾ ਜਾਂਦਾ ਕਿ ਉਹ ਤਾਂ ਜਦੋਂ ਮਰਜ਼ੀ ਆਪਾਂ ਫੜ ਕੇ ਜਿਹੜਾ ਉਧਰ ਛਾਲ ਮਰਾ ਲਈਏ। ਅਸੀਂ ਨਹੀਂ ਕਹਿੰਦੇ ਕਿ ਉਹ ਬੀਜੇਪੀ ਜਾਣ ਨੂੰ ਤਿਆਰ ਆ, ਪਰ ਇਸ ਤਰ੍ਹਾਂ ਦੀ ਚਰਚਾ ਹੈਗੀ ਆ। ਸੋ ਇਹ ਪਤਾ ਹੁੰਦਿਆਂ ਹੋਇਆ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਸਭ ਨੂੰ ਨੱਪੀ ਜਾ ਰਹੇ ਆ। ਇੱਕ ਗੱਲ ਤਾਂ ਇਹ। ਦੂਜੀ ਗੱਲ ਇਹ ਕਿ ਕਾਂਗੜ ਉਹਨਾਂ ਨੂੰ ਸਭ ਤੋਂ ਪਹਿਲਾਂ ਬੁਲਾਇਆ ਗਿਆ ਸੀ 17 ਅਪ੍ਰੈਲ ਨੂੰ। 17 ਅਪ੍ਰੈਲ ਨੂੰ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਸੀ ਵਿਜੀਲੈਂਸ ਵੱਲੋਂ, ਤਾਂ ਉਹਨੇ ਕਹਿਤਾ ਸੀ ਕਿ ਮੇਰੇ ਗੋਡਿਆਂ ਦਾ ਆਪਰੇਸ਼ਨ ਹੋਇਆ, ਮੈਂ ਆ ਨਹੀਂ ਸਕਦਾ, ਇਸ ਕਰਕੇ ਤੁਸੀਂ ਜਿਹੜੇ ਆ ਮੈਨੂੰ ਹੋਰ ਤਰੀਕ ਦੇ ਦਿੱਤੀ ਜਾਵੇ। ਉਸ ਤੋਂ ਬਾਅਦ ਦੁਬਾਰਾ ਬੁਲਾਇਆ ਗਿਆ, ਉਹਨਾਂ ਨੇ ਫਿਰ ਇੱਕ ਮੋਹਾਲੀ ਵੱਡੇ ਹਸਪਤਾਲ ਵੱਲੋਂ ਜਿਹੜਾ ਨਿੱਜੀ ਹਸਪਤਾਲ ਆ ਉੱਥੋਂ ਸਰਟੀਫਿਕੇਟ ਲੈ ਕੇ ਦੇ ਦਿੱਤਾ। ਫਿਰ ਇਹ ਵਿਜੀਲੈਂਸ ਨੇ ਉਹਨਾਂ ਨੂੰ ਇੱਕ ਕੁਐਸਚਨੇਅਰ ਭੇਜਿਆ ਸੀਗਾ, ਇੱਕ ਪ੍ਰਸ਼ਨ ਭੇਜਿਆ ਸੀ ਕਿ ਤੁਸੀਂ ਉਹਨਾਂ ਨੂੰ ਲਿਖ ਕੇ ਜਵਾਬ ਦਿਓ। ਕਾਂਗੜ ਨੇ ਉਹ ਜਿਹੜੇ ਜਵਾਬ ਆ ਹਲੇ ਵੀ ਤੱਕ ਨਹੀਂ ਦਿੱਤੇ ਹੈਗੇ। ਹੁਣ ਉਹ ਜਦੋਂ ਵਿਦੇਸ਼ ਨੂੰ ਉਡਾਨ ਭਰਨ ਲੱਗੇ ਸੀਗੇ ਤਾਂ ਵਿਜੀਲੈਂਸ ਨੇ ਨੱਪ ਲਿਆ, ਤੇ ਮੈਨੂੰ ਇਹ ਲੱਗਦਾ ਕਿ ਵਿਜੀਲੈਂਸ ਜਿਹੜੀ ਆ ਉਹਦੇ ਹੱਥ ਵੀ ਜਿਹੜੇ ਕਾਫੀ ਵੱਡੇ, ਜਾਂ ਇੱਕ ਸਾਡੇ ਸੂਤਰ ਤੇ ਇਹ ਵੀ ਕਹਿੰਦੇ ਆ ਕਿ ਵਿਜੀਲੈਂਸ ਨੂੰ ਕਾਂਗੜ ਦੀਆਂ ਗਤੀਵਿਧੀਆਂ ਬਾਰੇ ਸਾਰੀ ਦੀ ਸਾਰੀ ਸੂਚਨਾ ਸੀਗੀ। ਇਸੇ ਕਰਕੇ ਜਿਹੜੀ ਵਿਜੀਲੈਂਸ ਆ ਉਹਦੀ ਪੈਰ ਨੱਪਦੀ ਹੋਈ ਜਿਹੜੀ ਗਈ ਆ, ਉਹ ਪਹੁੰਚੀ ਆ ਉਹ ਉੱਥੇ ਦਿੱਲੀ 에ਅਰਪੋਰਟ ਤੇ। ਪਰ ਇੱਕ ਗੱਲ ਜਿਹੜਾ ਮੇਰੇ ਮਨ 'ਚ ਵੱਖਰਾ ਸਵਾਲ ਆਉਂਦਾ ਕਿ ਚਾਹੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਜਨਰਲ ਸਕੱਤਰੀ ਲਾ ਦਿੱਤਾ ਗਿਆ, ਪਰ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਸ਼ਾਇਦ ਉਹਦੀ ਬਹੁਤੀ ਲੋੜ ਨਹੀਂ ਹੈਗੀ, ਕਿਉਂਕਿ ਜਿਸ ਹਲਕੇ ਨੂੰ ਬਿਲੋਂਗ ਕਰਦਾ ਨਾ ਜੀ, ਉਹ ਸਿਰਫ ਪਿੰਡੂ ਖੇਤਰ ਹਲਕਾ ਆ। ਉਸ ਹਲਕੇ ਵਿੱਚ ਬੀਜੇਪੀ ਦੀ ਜਿਹੜੀ ਪਿੰਡੀ ਖੇਤਰੀ ਵੋਟ ਆ ਉਹ ਭੁਗਤਣ ਵਾਲੀ ਨਹੀਂ ਹੈਗੀ। ਸੋ ਇਸ ਵੇਲੇ ਗੁਰਪ੍ਰੀਤ ਸਿੰਘ ਕਾਂਗੜ ਜਿਹੜਾ ਉਹਦੀਆਂ ਮੁਸ਼ਕਲਾਂ ਆ ਉਹ ਵੱਧ ਗਈਆਂ, ਤੇ ਮੈਨੂੰ ਇਹ ਲੱਗਦਾ ਕਿ ਜਿਹੜੇ ਉਹਦਾ ਹੋਰ ਚਾਂਸ ਹੈਗਾ, ਹੋਰ ਜਿਹੜੀ ਮੋਹਲਤ ਮੰਗਣ ਦਾ ਜਾਂ ਵਿਦੇਸ਼ ਨੂੰ ਜਾਣ ਦਾ ਉਹ ਚਾਂਸ ਜਿਹੜੇ ਆ ਉਹ ਸਾਰੇ ਖਤਮ ਹੋ ਗਏ, ਉਹਨੇ ਚਾਂਸ ਗਵਾ ਲਏ। ਤੇ ਮੈਨੂੰ ਇਹ ਲੱਗਦਾ ਨਾਲੇ ਵੀ ਇਹ ਕਿ ਜਿਹੜੀ ਭਗਵੰਤ ਸਿੰਘ ਮਾਨ ਆ ਉਹ ਆਪਣੀ ਜਿਹੜੀ ਇਹ ਮੁਹਿੰਮ ਆ ਵਿਜੀਲੈਂਸ ਵਾਲੀ ਉਹ ਢਿੱਲੀ ਨਹੀਂ ਪੈਣ ਦੇਣਾ ਚਾਹੁੰਦੇ, ਤੇ ਉਹ ਹੁਣ ਪਹਿਲਾਂ ਜਿਵੇਂ ਕਹਿੰਦੇ ਸੀ ਕਿ ਉਹ ਕਾਂਗਰਸ ਵਾਲੇ ਮਗਰ ਪਏ ਹੋਏ ਆ, ਹੁਣ ਉਹਨਾਂ ਨੇ ਬਰਾਬਰ ਜਿਹੜਾ ਆ ਨੱਪਣਾ ਸ਼ੁਰੂ ਕਰਤਾ ਬੀਜੇਪੀ ਵਾਲਿਆਂ ਨੂੰ ਵੀ। ਜੀ ਬਨਵੈਜ ਜੀ, ਜੇਕਰ ਹੁਣ ਬੀਜੇਪੀ ਦੀ ਗੱਲ ਕਰੀਏ ਤਾਂ ਹੁਣ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਪਿਛਲੇ 1.5 ਸਾਲਾਂ ਤੋਂ ਕਾਫੀ ਵੱਡੇ ਚਿਹਰੇ ਜਿਹੜੇ ਨੇ ਉਹ ਬੀਜੇਪੀ 'ਚ ਸ਼ਾਮਿਲ ਹੋ ਗਏ ਨੇ। ਪਰ ਜੇਕਰ ਹੁਣ ਆਪਾਂ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਸੁਨੀਲ ਜਾਖੜ ਹੋਣ, ਚਾਹੇ ਰਾਣਾ ਸੋਢੀ ਹੋਣ, ਚਲੇ ਗਏ ਨੇ। ਬੀਜੇਪੀ ਨੇ ਆਪਣੀ ਜਿਹੜੀਆਂ ਨੇ ਉਹ ਬੰਦੇ ਗਿਣਤੀ ਤਾਂ ਵਧਾ ਲਈ ਹੈ, ਪਰ ਇਹਨਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ। ਚਾਹੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਲਈਏ, ਨਾ ਤਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਵੱਡਾ ਅਹੁਦਾ ਦਿੱਤਾ ਗਿਆ, ਜਿਵੇਂ ਜਾ ਕੇ ਭਰਤੀ ਹੋਈ ਸੀ ਉਵੇਂ ਦੇ ਉਵੇਂ ਹੀ ਆ ਅੱਜ। ਜੀ ਦੇਖੋ, ਪਹਿਲੀ ਗੱਲ ਤਾਂ ਇਹ ਕਿ ਜੇ ਉਹਨਾਂ ਨੇ ਕੋਈ ਅਹੁਦਾ ਨਹੀਂ ਦਿੱਤਾ ਤਾਂ ਇਹ ਵੀ ਕੋਈ ਰੰਗ ਨਹੀਂ ਦਿਖਾ ਸਕੇ ਹੈਗੇ। ਜੇ ਆਪਾਂ ਗੱਲ ਕਰ ਲਈਏ
2022 ਦੇ ਵਿਧਾਨ ਸਭਾ ਚੋਣਾਂ ਦੀ ਪਹਿਲਾਂ ਆਪਾਂ ਗੱਲ ਕਰ ਲਈਏ ਤਾਂ 2022 ਜਿਹੜੀ 22 ਦੇ ਵਿਧਾਨ ਸਭਾ ਚੋਣਾਂ ਆ ਉਹਨਾਂ ਵਿੱਚ ਜਿਹੜੀ ਬੀਜੇਪੀ ਦੀ ਪਰਫਾਰਮੈਂਸ ਆ ਉਹ ਬਹੁਤ ਮਾੜੀ ਰਹੀ ਆ। ਈਵਨ ਜਿਹੜੇ ਵੱਡੇ ਵੱਡੇ ਤੁਸੀਂ ਨਾਂ ਚਿਹਰੇ ਲਏ ਆ, ਕੈਪਟਨ ਅਮਰਿੰਦਰ ਸਿੰਘ ਉਹ ਵੀ ਆਪਣੀ ਸੀਟ ਤੋਂ ਹਾਰ ਗਏ ਸੀਗੇ। ਸੋ ਇਸ ਕਰਕੇ ਕਿਹਾ ਵੀ ਜਾਂਦਾ ਸੀ ਇੱਕ ਵੇਲੇ ਕਿ ਜਿਹੜੀ ਬੀਜੇਪੀ ਆ ਉਹ ਇਸ ਗੱਲ ਨੂੰ ਮਹਿਸੂਸ ਕਰਦੀ ਆ ਕਿ ਜਿਹੜੇ ਬੰਦੇ ਪੱਟ ਕੇ ਲਿਆਂਦੇ ਆ ਉਹਨਾਂ ਨੇ ਸਾਡਾ ਸਵਾਰਿਆ ਕੁਝ ਨਹੀਂ ਹੈਗਾ। ਫਿਰ ਅਗਲੀ ਗੱਲ ਇਹ ਕਿ ਜਿਹੜੇ ਹੋਰ ਚਿਹਰੇ ਗਏ ਆ ਉਹਨਾਂ ਦੇ ਜਾਣ ਤੋਂ ਬਾਅਦ ਵੀ ਜੇ ਆਪਾਂ ਗੱਲ ਕਰ ਲਈਏ ਕਿ ਸੰਗਰੂਰ ਦੀ ਜਿਹੜੀ ਬਾਈ ਇਲੈਕਸ਼ਨ ਹੋਈ ਸੀ, ਜਲੰਧਰ ਦੀ ਬਾਈ ਇਲੈਕਸ਼ਨ ਜਿਹੜੀ ਆ ਇਹਨਾਂ ਵਿੱਚ ਵੀ ਜਿਹੜਾ ਕੋਈ ਬਹੁਤਾ ਆ ਉਹ ਜਿਹੜਾ ਅਸਰ ਆ ਉਹ ਦੱਸ ਨਹੀਂ ਸਕਿਆ ਹੈਗਾ। ਪਰ ਇੱਕ ਗੱਲ ਥੋੜੀ ਜਿਹੀ ਮੰਨਣੀ ਪਊਗੀ ਕਿ ਜਲੰਧਰ ਵਿੱਚ ਜਿਹੜੀ ਸਥਿਤੀ ਆ ਬੀਜੇਪੀ ਦੀ ਉਹ ਸੰਗਰੂਰ ਨਾਲੋਂ ਕਾਫੀ ਬੈਟਰ ਸੀਗੀ। ਇੱਕ ਇਹ ਵੀ ਕਿਹਾ ਜਾਂਦਾ ਕਿ ਜਲੰਧਰ ਵਿੱਚ ਜਿਹੜਾ ਉਹ ਹਲਕੇ ਜਿੱਥੇ ਪਿੰਡੂ ਖੇਤਰ ਦੀਆਂ ਵੋਟਾਂ ਵੀ ਸੀਗੀਆਂ ਉੱਥੇ ਵੀ ਬੀਜੇਪੀ ਦੇ ਪੱਲੇ ਕੁਝ ਨਾ ਕੁਝ ਪਿਆ ਆ। ਪਰ ਜੋ ਬੀਜੇਪੀ ਨੂੰ ਇੱਕ ਆਸ ਸੀਗੀ ਕਿ ਇਹ ਲੀਡਰ ਆਉਣ ਨਾਲ ਸ਼ਾਇਦ ਜਿਹੜੀ ਬਾਜੀ ਆ ਉਹ ਪਲਟ ਜਾਊਗੀ, ਅਜਿਹਾ ਕੁਝ ਵੀ ਨਹੀਂ ਹੈਗਾ। ਤੇ ਮੈਨੂੰ ਇਹ ਲੱਗਦਾ ਕਿ ਬੀਜੇਪੀ ਘੱਟੋ ਘੱਟ ਜੇ ਗੇਨ ਨਹੀਂ ਕਰ ਸਕੀ ਤਾਂ ਦੂਜੀਆਂ ਪਾਰਟੀਆਂ ਨੂੰ ਜਿਹੜਾ ਖੋਰਾ ਆ ਉਹ ਜ਼ਰੂਰ ਲਾਗੇ ਜੀ। ਤਾਂ ਬੀਜੇਪੀ ਜਿਹੜਾ ਹੈ ਹੁਣ ਗੇਨ ਤਾਂ ਨਹੀਂ ਕਰ ਸਕੀ ਪਰ ਦੂਸਰੀਆਂ ਪਾਰਟੀਆਂ ਨੂੰ ਖੋਰਾ ਜ਼ਰੂਰ ਲੱਗ ਗਿਆ। ਸੋ ਬਹੁਤ ਬਹੁਤ ਧੰਨਵਾਦ ਬਨਵੈਤ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਤੇ ਅੱਜ ਦੇ ਚਲੰਤ ਮੁੱਦਿਆਂ ਦਾ ਵਿਸ਼ਲੇਸ਼ਣ ਕਰਨ ਦੇ ਲਈ। ਸੋ ਇਹ ਸਨ ਸਾਡੇ ਨਾਲ ਕਮਲਜੀਤ ਸਿੰਘ ਬਨਵੈਤ ਜਿਨ੍ਹਾਂ ਦੇ ਨਾਲ ਅੱਜ ਅਸੀਂ ਪੰਜਾਬ ਦੇ ਚਲੰਤ ਮੁੱਦਿਆਂ ਦਾ ਵਿਸ਼ਲੇਸ਼ਣ ਕੀਤਾ। ਕੱਲ ਫਿਰ ਹਾਜ਼ਰ ਹੋਵਾਂਗੇ ਨਵਾਂ ਤੇ ਤਾਜ਼ਾ ਮੁੱਦਿਆਂ ਦੇ ਨਾਲ, ਕਰਾਂਗੇ ਉਹਨਾਂ ਦਾ ਵਿਸ਼ਲੇਸ਼ਣ। ਤਦ ਤੱਕ ਦੇ ਲਈ ਮੈਨੂੰ ਯਾਨੀ ਵਿਵੇਕ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।